वाहेगुरु जी का खालसा वाहेगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक अस्थान गुरुद्वारा बंगला साहब जी की यात्रा करदियां जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे निजम अनुसार गुरु इतिहास दी चल रही लड़ीवार कथा दा अपनियां मन बिरतियां एकागर करो, रसना पवित्र कर दे एक बार, सारे उच्चारण करो जी सतनाम वाहेगुरु जी। इतिहास पहले पातशाह जाहर पीर जगत गुरु कल तारण आए श्री गुरु नानक देव महाराज जी का है प्रसंग है। सतगुरु बिसिहर देश गए ने, उत्थे दो धर्मी आदमी रहंदे सन। एक दा नां झंडा है, एक दा नां इंद्रसैन है। सबब ऐसा बनिया कि भाई मरदाने ने कहा बाबा मैनू भुख लगी है। सतगुरां ने कहा भी कित्थे जाएगा, तू किसी नूं जानदा है? सतगुरु ने सानू सोझी दिती है कि बिना जाने बिना बुझे कुछ भी करना वाजिब नहीं है। और जानन बुझण वास्ते सानू सतगुरु जी ने उपदेश भी दिता है, मार्गदर्शन भी बख्शे है। भाई मरदाना कहन लगा बाबा जिथे घलोगे मैनू तुसी दस दिओ, मैं उत्थे चला जाना। भाई मरदाने दे राही भाई झंडा भाई इंद्रसैन गुरु दे हजूर पहुंचे ने। दोवां ने सतगुरु जी दे पासों उपदेश मंगे है। ज्ञान हासिल करना ये थोड़े जे भागां वालियां दे हिस्से विच आउंदा है।
ਅੱਜ ਵੀ ਤੁਸੀਂ ਵੇਖੋ ਜਿਹੜੀ ਸਭ ਤੋਂ ਵੱਧ ਕੀਮਤ ਹੈ ਉਹ ਇਸ ਗਿਆਨ ਦੀ ਹੈ। ਦੁਨੀਆ ਦੀਆਂ ਚੀਜ਼ਾਂ ਦੀ ਕੀਮਤ ਪਾਓ ਤੁਸੀਂ, ਪਰ ਸਭ ਤੋਂ ਵੱਧ ਕੀਮਤ ਅੱਜ ਵੀ ਨੌਲੇਜ ਦੀ ਹੈ। ਉਹਦਾ ਖੇਤਰ, ਉਹਦਾ ਫੀਲਡ ਵੱਖਰਾ ਹੋ ਸਕਦਾ ਹੈ। ਜਿੱਥੇ ਲੱਖਾਂ ਡਾਲਰ ਖਰਚ ਹੁੰਦੇ ਨੇ, ਉੱਥੇ ਜ਼ਿੰਦਗੀ ਦਾ ਜਿਹੜਾ ਸਭ ਤੋਂ ਮਹਿੰਗਾ ਟਾਈਮ ਹੁੰਦਾ ਹੈ, ਵਕਤ, ਉਹ ਖਰਚ ਹੁੰਦਾ ਹੈ। ਖੇਡਣ ਦੀ ਉਮਰ, ਦੁਨੀਆ ਦੇ ਰੰਗ ਤਮਾਸ਼ੇ ਵੇਖਣ ਦੀ ਉਮਰ, ਸਾਰੀ ਇਹਦੇ ਵਿੱਚ ਇਨਵੈਸਟ ਹੋ ਜਾਂਦੀ ਹੈ। ਅਗਰ ਕੋਈ ਆਦਮੀ ਕਵੇ ਕਿ ਮੇਰਾ ਬਚਪਨ, ਮੇਰੀ ਜਵਾਨੀ ਵਾਪਸ ਕਰ ਦਿਓ, ਕੋਈ ਕਰ ਸਕਦਾ ਹੈ? ਐਵੇਂ ਨਹੀਂ ਦੁਨੀਆ ਗਿਆਨ ਵਾਲਿਆਂ ਨੂੰ ਨਮਸਕਾਰ ਕਰਦੀ। ਪਰ ਇਹ ਹਕੀਕਤ ਹੈ ਕਿ ਗਿਆਨ ਵਾਲੇ ਲੋਕ ਹਮੇਸ਼ਾ ਹੀ ਪੂਜੇ ਜਾਂਦੇ ਨੇ। ਇਹਨਾਂ ਦੋਨਾਂ ਨੇ ਗੁਰੂ ਪਿਤਾ ਜੀ ਦੇ ਕੋਲੋਂ ਉਪਦੇਸ਼ ਮੰਗਿਆ, ਸੋ ਸਰੂਪ ਅਬ ਦੇਹੋ ਦਿਖਾਈ, ਜਾਮੈ ਕਬੂ ਨਾ ਆਵਣ ਜਾਈ, ਹਰਖ ਸ਼ੋਕ ਕਹਿ ਧੁੰਦ ਬਹੀਨਾ, ਜੋ ਕਹਿ ਮਲ ਤੇ ਹਵੈ ਨਾ ਮਲੀਨਾ। ਸੁਨ ਕਰ ਬਿਨੇ ਦੀਨ ਦੁਖ ਗੰਜਨ, ਬੋਲੇ ਹੇਤ ਭਗਤ ਭ੍ਰਮ ਭੰਜਨ, ਗਿਆਨਾਨੰਦ ਮੈਂ ਚਹੋ ਜੇ ਮਗਨਾ, ਨਿਜ ਸਰੂਪ ਕੀ ਲਿਵ ਕੋ ਲਗਣਾ, ਤੋ ਪ੍ਰਥਮੇ ਗੁਰ ਦਸ਼ਨਾ ਦੀਜੈ, ਪਾਛੈ ਸ਼ਰਵਣ ਗਿਆਨ ਕੋ ਕੀਜੈ। ਉਹ ਕਹਿਣ ਲੱਗੇ ਜੀ ਉਪਦੇਸ਼ ਦਿਓ, ਤੇ ਸਤਿਗੁਰੂ ਕਹਿਣ ਲੱਗੇ ਪਹਿਲਾਂ ਦਸ਼ਨਾ ਦਿਓ, ਗੁਰੂ ਧਾਰਨ ਕਰੋ। ਹੁਣ ਇਹਨਾਂ ਨੇ ਪਹਿਲਾਂ ਤਨ ਮਨ ਧਨ ਜੋ ਇਹਨਾਂ ਕੋਲ ਸਰਬੰਸ ਸੀ, ਇਹਨਾਂ ਨੇ ਦਾਨ ਕਰ ਦਿੱਤਾ, ਮੱਥਾ ਟੇਕ ਦਿੱਤਾ, ਸਮਰਪਣ ਕਰ ਦਿੱਤਾ। ਸਤਿਗੁਰੂ ਜੀ ਕਹਿਣ ਲੱਗੇ ਵੀ ਹੁਣ ਜਦੋਂ ਤੁਸੀਂ ਆਪਣਾ ਸਰਬੰਸ ਦੇ ਦਿੱਤਾ ਹੈ, ਤੇ ਇਹ ਦੱਸੋ ਵੀ ਤੁਹਾਡੇ ਕੋਲ ਬਾਕੀ ਕੀ ਬਚਿਆ? ਕਹਿਣ ਲੱਗੇ ਜੀ ਸਰੀਰ। ਸਤਿਗੁਰੂ ਕਹਿਣ ਲੱਗੇ ਵੀ ਨਾਸ਼ਵੰਤ ਹੈ, ਇਹ ਵੀ ਭੇਟਾ ਕਰੋ। ਇਹਨਾਂ ਨੇ ਉਹ ਵੀ ਭੇਟਾ ਕਰ ਦਿੱਤਾ। ਇੱਥੋਂ ਤੱਕ ਆਪਾਂ ਨੇ ਕੱਲ ਕਥਾ ਸੁਣੀ ਸੀ ਕਿ ਇਹਨਾਂ ਨੇ ਸਰੀਰ ਤੱਕ ਸਤਿਗੁਰੂ ਪਿਤਾ ਮਹਾਰਾਜ ਜੀ ਦੇ ਸਮਰਪਣ ਕੀਤਾ ਹੈ। ਹਾਂਜੀ, ਜਾਂ ਤੇ ਕਰੋ ਸਮਰਪਣ ਇਹੋ, ਪਾਸ਼ੇ ਸਰਵਣ ਗਿਆਨ ਕਰ ਲੇਹੋ। ਕਰ ਵਿਚਾਰ ਉਤਰ ਕਹਿ ਧੀਰਾ, ਹਮਰੇ ਟਿਗ ਅਬ ਏਕ ਸਰੀਰਾ, ਔਰ ਨਹੀਂ ਕੋ ਵਸਤ ਸਮੀਪਾ, ਪੁਨ ਬੋਲੇ ਬੇਦੀ ਕੁਲ ਦੀਪਾ। ਕਹਿਣ ਲੱਗੇ ਜੀ ਸਾਡੇ ਕੋਲ ਸਰੀਰ ਬਾਕੀ ਹੈ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਕਹਿੰਦੇ ਨੇ ਕਿ ਕਰ ਵਿਚਾਰ ਦੇਖੋ ਮਨ ਮਾਹੀ, ਇਸਥਰ ਸਦਾ ਸਰੀਰ ਸੋ ਨਾਹੀ। ਵੀ ਸਦਾ ਤੇ ਸਰੀਰ ਨੇ ਵੀ ਨਹੀਂ ਰਹਿਣਾ। ਇਸ ਕਰਕੇ ਜਾਂ ਤੇ ਕਰੋ ਸਮਰਪਣ ਇਹੋ, ਪਾਛੇ ਸ਼ਰਵਣ ਗਿਆਨ ਕਰ ਲੇਹੋ। ਸਤਿਗੁਰੂ ਕਹਿੰਦੇ ਸਰੀਰ ਵੀ ਭੇਟਾ ਕਰੋ, ਫਿਰ ਤੁਹਾਨੂੰ ਗਿਆਨ ਦੇਵਾਂਗੇ। ਹਾਂਜੀ, ਦੋਨੋਂ ਆਇਸ ਮਾਨਸ ਧੀਰਾ, ਗੁਰੂ ਪਗ ਦਿਓ ਸਮਰਪ ਸਰੀਰਾ। ਸ਼੍ਰੀ ਗੁਰ ਬੋਲੇ, ਗੁਰੂ ਪਿਤਾ ਜੀ ਨੇ ਆਖਿਆ ਵੀ ਸਰੀਰ ਸਾਨੂੰ ਭੇਟਾ ਕਰੋ। ਆਇਸ ਮਾਨ ਦੋਨੋਂ ਸਧੀਰਾ, ਗੁਰ ਪਗ ਦਿਓ ਸਮਰਪਣ ਸਰੀਰਾ। ਉੱਠ ਕੇ ਮੱਥਾ ਟੇਕ ਦਿੱਤਾ। ਕਹਿਣ ਲੱਗੇ ਜੀ ਲਓ ਅਸੀਂ ਆਪਣਾ ਸਰੀਰ ਵੀ ਤੁਹਾਨੂੰ ਭੇਟਾ ਦਿੰਦੇ ਆ। ਹਾਂਜੀ, ਅਬ ਕਿਆ ਰਹਾ ਤੁਮਾਰੇ ਪਾਸੂ,
ਦੇਹੁ ਬਤਾਏ ਬਚਨ ਕਹਿ ਆਸੂ। ਹੁਣ ਸਤਿਗੁਰੂ ਜੀ ਦਾ ਅਗਲਾ ਸਵਾਲ ਹੈ ਵੀ ਤੁਹਾਡੇ ਕੋਲ ਹੁਣ ਕੀ ਬਚਿਆ? ਸਰਬੰਸ ਦੇਣ ਤੋਂ ਬਾਅਦ ਤਨ ਮਨ ਧਨ ਦੇਣ ਤੋਂ ਬਾਅਦ ਹੁਣ ਤੁਹਾਡੇ ਕੋਲ ਬਾਕੀ ਕੀ ਹੈ? ਕਹਿਣ ਲੱਗੇ ਜੀ ਸਰੀਰ। ਸਤਿਗੁਰੂ ਕਹਿੰਦੇ ਸਰੀਰ ਵੀ ਦੇ ਦਿਓ। ਉਹਨਾਂ ਨੇ ਸਰੀਰ ਵੀ ਦੇਤਾ। ਹੁਣ ਸਤਿਗੁਰੂ ਫਿਰ ਕਹਿੰਦੇ ਵੀ ਹੁਣ ਤੁਹਾਡੇ ਕੋਲ ਕੀ ਹੈ? ਅਸੀਂ ਸੋਚਦੇ ਵੀ ਜੋੜੇ ਉਤਾਰ ਦਿੱਤੇ ਤੇ ਬੜੀ ਵੱਡੀ ਗੱਲ ਹੈ। ਕਈ ਤੇ ਜਰਾਬਾਂ ਪਿੱਛੇ ਲੜ ਕੇ ਮਰਨ ਲਈ ਤਿਆਰ ਹੁੰਦੇ ਨੇ ਗੁਰਦੁਆਰੇ 'ਚ। ਮਤਲਬ ਤੁਸੀਂ ਵੇਖੋ ਵੀ ਜੇ ਰੱਬ ਦੇ ਘਰ ਪਹੁੰਚਣਾ ਹੈ ਤੇ ਸਰਬੰਸ ਛੱਡ ਕੇ ਸਰੀਰ ਵੀ ਦੇਣਾ ਪਵੇਗਾ ਤੁਹਾਨੂੰ। ਅਸੀਂ ਤੇ ਸਿਰ ਢੱਕਣ ਲਈ ਤਿਆਰ ਨਹੀਂ ਆ। ਅਸੀਂ ਤੇ ਚਾਹੁੰਦੇ ਆ ਵੀ ਗੁਰਦੁਆਰੇ ਵਾਲੇ ਹੀ ਇੱਥੇ ਬਾਹਰ ਡਰਾਈ ਕਲੀਨਰ ਬਿਠਾ ਦੇਣ, ਸੋਹਣੀਆਂ ਸੋਹਣੀਆਂ ਚੁੰਨੀਆਂ ਰੁਮਾਲ ਪ੍ਰੈਸ ਕੀਤੇ ਹੋਣ, ਅਸੀਂ ਆਈਏ। ਉਹ ਜਿਵੇਂ ਫਾਸਟ ਫੂਡ ਹੁੰਦਾ ਹੈ ਨਾ, ਅਸੀਂ ਹਰ ਚੀਜ਼ ਜਿਹੜੀ ਉਹ ਮਤਲਬ ਰੈਡੀ ਚਾਹੁੰਦੇ ਆ। ਉਹ ਇੱਕ ਸ਼ਬਦ ਆ ਗਿਆ ਰੈਡੀ ਟੂ ਮੂਵ, ਬਸ ਉਹ ਐਸਾ ਅਸੀਂ ਪਾਠ ਪੜ੍ਹ ਲਿਆ। ਅਸੀਂ ਘਰੋਂ ਤੁਰੇ ਆ ਤੇ ਸਾਨੂੰ ਖੁਦ ਨੂੰ ਫੀਲ ਨਹੀਂ ਹੋਇਆ ਵੀ ਅਸੀਂ ਗੁਰਦੁਆਰੇ ਚੱਲੇ ਆ। ਮੈਂ ਤਾਂ ਰੋਜ਼ ਬੇਨਤੀ ਕਰਦਾ, ਘਰੋਂ ਨਿਕਲਣ ਲੱਗਿਆ ਸ਼ੀਸ਼ੇ 'ਚ ਇੱਕ ਵਾਰੀ ਵੇਖਣਾ, ਵੇਖੋ ਤੇ ਸਹੀ ਵੀ ਕੀ ਇਹ ਸ਼ਕਲ ਗੁਰਦੁਆਰੇ ਜਾਣ ਵਾਲੀ ਹੈ? ਪਿੱਛੇ ਗੁੱਤ ਕੀਤੀ ਹੋਈ ਹੈ, ਸਿਰ ਤੇ ਚੁੰਨੀ ਕੋਈ ਨਹੀਂ, ਭਰਾ ਦੇ ਸਿਰ ਤੇ ਪੱਗ ਕੋਈ ਨਹੀਂ, ਉਹ ਉੱਦਾਂ ਗੁੱਟੀ ਜੀ ਪਿੱਛੇ ਕਰੀ ਫਿਰਦਾ। ਹੁਣ ਇੱਕ ਇਲਾਕੇ ਦੀ ਬੋਲੀ ਹੈ, ਉਹ ਪਿੱਛੇ ਜਿਹੜੀ ਉਹ ਛੋਟੀ ਜੀ ਹੁੰਦੀ ਹੈ ਨਾ, ਉਹਨੂੰ ਜੁੰਡੀ ਕਹਿੰਦੇ ਆ। ਉਹ ਸਾਡੇ ਸੇਵਾਦਾਰ ਨੇ ਇੱਕ ਨੂੰ ਕਹਿਤਾ ਵੀ ਆ ਪਿੱਛੇ ਤੂੰ ਜੁੰਡੀ ਕੀਤੀ ਹੈ, ਉਹ ਕਲੇਸ਼ ਪਾ ਲਿਆ ਜੀ ਉਹਨੇ। ਹੁਣ ਉਹ ਪਤਾ ਨਹੀਂ ਕਿ ਦੱਸਣਾ ਚਾਹੁੰਦਾ ਹੋਣਾ ਵੀ ਇਹ ਤਾਂ ਮੰਨੂ ਰਾਜੇ ਵਾਲੀ ਬੋਦੀ ਹੈ। ਉਹਨੇ ਕਹਿੰਦਾ ਹਾਂ ਹਾਂ ਤੂੰ ਜੁੰਡੀ ਕਿਉਂ ਕਿਹਾ? ਮੈਂ ਕਿਹਾ ਉਹਨੂੰ ਭਰਾਵਾ ਇਲਾਕੇ ਦੀ ਬੋਲੀ ਹੈ, ਮਾਫ ਕਰ ਦੇ, ਹੈ ਤੇ ਜੁੰਡੀ ਹੈ। ਹੁਣ ਤੂੰ ਇਹਨੂੰ ਬੋਦੀ ਕਹਿ, ਤੂੰ ਇਹਨੂੰ ਗੁੱਤ ਕਹਿ, ਤੂੰ ਇਹਨੂੰ ਕੋਈ ਪੂਛਲ ਕਹਿ, ਜਿਹੜੇ ਮਰਜ਼ੀ ਸ਼ਬਦ ਦੇ ਦੇ, ਇਹਦੇ ਨਾਲ ਕੀ ਫਰਕ ਪੈਂਦਾ? ਵੱਖਰੇ ਵੱਖਰੇ ਇਲਾਕੇ ਵਿੱਚ ਜਾਓਗੇ, ਹਰ ਚੀਜ਼ ਦੇ ਨਾਮ ਬਦਲਦੇ ਤੁਰੇ ਜਾਣਗੇ। ਹੁਣ ਬੱਠਲ ਹੈ, ਦਾਬੜਾ ਹੈ, ਪਤੀਲਾ ਹੈ, ਤਸਲਾ ਹੈ, ਗੱਲ ਤੇ ਇੱਕੋ ਹੀ ਹੈ। ਕੀ ਫਰਕ ਪੈਂਦਾ? ਇੱਕੋ ਭਾਂਡੇ ਦੇ ਚਾਰ ਨਾਂ ਨੇ। ਹੁਣ ਤੌੜੀ ਹੈ, ਕੁੰਨੀ ਹੈ, ਇੱਕੋ ਨਾਂ ਹੀ ਹੈ। ਇਹਦੇ ਨਾਲ ਕੀ ਫਰਕ ਪੈਂਦਾ? ਜਦੋਂ ਅਸੀਂ ਘਰੋਂ ਤੁਰੇ ਆ ਕਿ ਸ਼ੀਸ਼ੇ 'ਚ ਖਲੋ ਕੇ ਵੇਖਿਆ ਵੀ ਮੈਂ ਗੁਰਦੁਆਰੇ ਜਾਵਾਂ ਕਿ ਇਹ ਕੱਪੜੇ ਮੇਰੇ ਠੀਕ ਨੇ, ਇਹ ਰੂਪ ਮੇਰਾ ਠੀਕ ਹੈ। ਇਹ ਅਧਿਆਤਮਕ ਕਥਾ ਹੈ, ਇਹ ਪਰਮਾਰਥ ਦੀ ਕਥਾ ਹੈ। ਭਾਈ ਝੰਡੇ ਨੇ, ਇੰਦਰ ਸੈਨ ਨੇ ਸਰਬੰਸ ਮੱਥਾ ਟੇਕ ਦਿੱਤਾ ਹੈ। ਸਤਿਗੁਰੂ ਕਹਿੰਦੇ ਬਾਕੀ ਕੀ ਬਚਿਆ? ਕਹਿੰਦਾ ਜੀ ਸਰੀਰ। ਮਹਾਰਾਜ ਕਹਿੰਦੇ ਉਹ ਵੀ ਦੇ, ਉਹ ਵੀ ਦੇ ਦਿੱਤਾ। ਹੁਣ ਫਿਰ ਪੁੱਛਦੇ ਨੇ, ਕਹਿੰਦੇ ਹੁਣ ਤੇਰੇ ਕੋਲ ਬਾਕੀ ਕੀ ਬਚਿਆ ਭਾਈ? ਹਾਂਜੀ। ਸੁਨ ਕਰ ਦੋਨੋਂ ਬੈਣ ਅਲਾਵਾ, ਅਬ ਤੋ ਅੰਤੇ ਕਰਨ ਰਹਾਵਾ। ਕਹਿਣ ਲੱਗੇ ਜੀ ਹੁਣ ਤੇ ਸਿਰਫ ਅੰਤੇ ਕਰਨ ਰਹਿ ਗਿਆ। ਹੁਣ ਇੱਥੇ ਜਾ ਕੇ ਆਪ ਜੀ ਨੂੰ ਇੱਕ ਬਹੁਤ ਵੱਡੇ ਅਰਥ ਸਮਝ ਆਉਣਗੇ, ਜਿਹਨੂੰ ਆਪਾਂ ਕਹਿੰਦੇ ਆ ਸੁਰਤ, ਮਤ, ਮਨ, ਬੁੱਧ। ਇਹ ਇੱਕ ਚੀਜ਼ ਦੇ ਇਹ ਚਾਰ ਵੱਖਰੇ ਵੱਖਰੇ ਫੰਕਸ਼ਨ ਨੇ। ਚੀਜ਼ ਇੱਕੋ ਹੀ ਹੈ। ਜਿਵੇਂ ਤੁਹਾਡਾ ਟੈਲੀਫੋਨ ਹੈ ਇੱਕੋ ਹੀ ਹੈ। ਹੁਣ ਇਹਦੇ ਵਿੱਚ ਤੁਸੀਂ ਵੀਡੀਓ ਵੀ ਕਰ ਸਕਦੇ ਹੋ, ਇਹਦੇ ਵਿੱਚ ਤੁਸੀਂ ਆਡੀਓ ਵੀ ਰਿਕਾਰਡਿੰਗ ਕਰ ਸਕਦੇ ਹੋ, ਵੀਡੀਓ ਵੀ ਬਣਾ ਸਕਦੇ ਹੋ, ਫੋਟੋ ਵੀ, ਸਟਿਲ ਕੈਮਰਾ ਵੀ ਹੈ, ਵੀਡੀਓ ਕੈਮਰਾ ਵੀ ਹੈ। ਇਹਦੇ ਵਿੱਚ ਤੁਹਾਡੀ ਹੈਲਥ ਵਾਸਤੇ ਸਮਾਰਟ ਵਾਚ ਵੀ ਹੈ। ਹੁਣ ਇਹਦੇ ਵਿੱਚ ਉਹ ਇੱਕ ਅੱਜ ਕੱਲ੍ਹ ਪੈਨਸਲ ਜੀ ਆ ਗਈ ਹੈ, ਨੋਟਬੁੱਕ ਵੀ ਹੈ। ਵੀ ਗੱਲ ਤੇ ਟੈਲੀਫੋਨ ਦੀ ਸ਼ੁਰੂ ਹੋਈ, ਵੀ ਗੱਲ ਸੁਣਨੀ ਤੇ ਗੱਲ ਸੁਣਾਉਣੀ, ਗੱਲ ਇੱਥੋਂ ਸ਼ੁਰੂ ਹੋਈ ਹੈ। ਹੁਣ ਹਾਲਾਤ ਇਹ ਬਣ ਗਏ ਵੀ ਇਹਦੇ ਵਿੱਚ ਤੁਹਾਡਾ ਬੈਂਕ ਅਕਾਊਂਟ ਵੀ ਹੈ, ਇਹਦੇ ਵਿੱਚ ਤੁਹਾਡੀਆਂ ਆਈਡੀਆਂ ਵੀ ਨੇ,
ਹੁਣ ਤੇ ਗੌਰਮੈਂਟ ਨੇ ਵੀ ਕਹਿ ਦਿੱਤਾ, ਇਹਦੇ ਵਿੱਚ ਤੁਹਾਡਾ ਸਕੈਨਰ ਵੀ ਹੈ। ਮਤਲਬ ਕਿੰਨੇ ਫੰਕਸ਼ਨ ਸ਼ੁਰੂ ਹੋ ਗਏ। ਇੱਕ ਅੰਤੇਕਰਨ ਦੇ ਵਿੱਚ ਸੁਰਤ ਵੀ ਹੈ, ਮਤ ਵੀ ਹੈ, ਮਨ ਵੀ ਹੈ, ਬੁੱਧ ਵੀ ਹੈ। ਸਤਿਗੁਰੂ ਪੁੱਛਦੇ ਹੁਣ ਤੁਹਾਡੇ ਕੋਲ ਕੀ ਹੈ? ਕਹਿਣ ਲੱਗੇ ਜੀ ਅੰਤੇਕਰਨ। ਅੰਤੇਕਰਨ ਤੋਂ ਭਾਵ ਕੀ ਹੈ? ਮਨ। ਕਹਿਣ ਲੱਗੇ ਜੀ ਇੱਕ ਮਨ ਬਾਕੀ ਬਚਿਆ। ਹਾਂਜੀ। ਜਾਂ ਤੇ ਦੂਜੀ ਵਸਤ ਨ ਕੋਈ, ਹੁਤੀ ਜੋ ਹਮ ਟਿਗ ਪਾਖੀ ਸੋਈ। ਕਹਿਣ ਲੱਗੇ ਜੀ ਬਾਕੀ ਤੇ ਬਚਿਆ ਹੀ ਕੁਛ ਨਹੀਂ। ਸਰੀਰ ਸੀ, ਸਰੀਰ ਦੇ ਵਿੱਚ ਅੱਖਾਂ ਵੀ ਗਈਆਂ, ਹੱਥ ਵੀ ਗਏ, ਪੈਰ ਵੀ ਗਏ, ਸਿਰ ਵੀ ਗਿਆ, ਸਾਰਾ ਕੁਝ ਹੀ ਤੁਹਾਨੂੰ ਮੱਥਾ ਟੇਕ ਦਿੱਤਾ। ਸਰਬੰਸ ਵਿੱਚ ਘਰ ਵੀ ਗਿਆ, ਕਾਰੋਬਾਰ ਵੀ ਗਿਆ, ਧਨ ਦੌਲਤ ਵੀ ਗਈ, ਪਰਿਵਾਰ ਵੀ ਗਿਆ। ਹੁਣ ਤਾਂ ਕੇਵਲ ਸਤਿਗੁਰੂ ਅੰਤੇਕਰਨ ਬਚੇ ਹੈ। ਹਾਂਜੀ। ਸ਼੍ਰੀ ਗੁਰੂ ਬੋਲੇ ਬਹੁਰ ਪਰਬੀਨਾ, ਜਹ ਪੀ ਪੰਚ ਤਤ ਨਹਿ ਕੀਨਾ। ਸਤਿਗੁਰੂ ਜੀ ਕਹਿਣ ਲੱਗੇ ਭਾਈ ਇਹ ਵੀ ਤੇ ਪੰਜ ਤੱਤਾਂ ਤੋਂ ਬਣਿਆ। ਦੇਖੋ ਜਿਹੜਾ ਧਰਮ ਦਾ ਪਾਠ ਹੈ ਨਾ ਬਹੁਤ ਔਖਾ ਹੈ। ਹੁਣ ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਕਿ ਪੰਜ ਤੱਤਾਂ ਤੋਂ ਸਰੀਰ ਬਣਿਆ, ਹੁਣ ਉਹ ਪੰਜ ਤੱਤ ਕਿਹੜੇ ਨੇ? ਇੱਕ ਹਵਾ ਹੈ, ਇੱਕ ਆਕਾਸ਼ ਹੈ, ਇੱਕ ਪਾਣੀ ਹੈ, ਇੱਕ ਅੱਗ ਹੈ, ਇੱਕ ਮਿੱਟੀ ਹੈ। ਹੁਣ ਇਹਨਾਂ ਪੰਜ ਤੱਤਾਂ ਤੋਂ ਅੱਗੇ ਫਿਰ ਉਹਨਾਂ ਦੇ ਅਗਲੇ ਰੂਪ ਵੀ ਨੇ। ਸਤਿਗੁਰੂ ਕਹਿੰਦੇ ਭਾਈ ਇਹ ਵੀ ਤਾਂ ਸਾਰਾ ਪੰਜ ਤੱਤਾਂ ਤੋਂ ਬਣਿਆ। ਜਿਹੜਾ ਅੰਤੇਕਰਨ ਹੈ, ਇਹ ਵੀ ਪੰਜ ਤੱਤ ਨਹਿ ਕੀਨਾ, ਇਹ ਪੰਜਾਂ ਤੱਤਾਂ ਤੋਂ ਬਗੈਰ ਇਹਦੀ ਵੀ ਕੋਈ ਹੋਂਦ ਨਹੀਂ ਹੈ। ਹਾਂਜੀ। ਜਾਂ ਕੋ ਕਾਰਨ ਹੋਏ ਅਸਤ, ਸੋ ਕਾਰਜ ਨੈ ਪਿਖਿਐ ਸਤ। ਜਾਂ ਕੋ ਕਾਰਨ ਹੋਏ ਅਸਤ ਹੈ, ਇਹਨਾਂ ਦਾ ਵੀ ਜਿਹੜਾ ਮੂਲ ਕਾਰਨ ਉਹ ਅਸਤ ਹੈ, ਉਹ ਝੂਠ ਹੈ। ਜਿਹੜਾ ਅੰਤੇਕਰਨ ਸਾਡਾ ਬਣਿਆ ਹੈ, ਮਨ ਬਣਿਆ ਹੈ, ਬੁੱਧੀ ਬਣੀ ਹੈ, ਸੁਰਤ ਬਣੀ ਹੈ, ਇਹ ਵੀ ਅਸਤ ਹੈ। ਇਹ ਕਿਹੜਾ ਪਰਮਾਨੈਂਟ ਹੈ? ਸਦੀਵ ਤਾਂ ਹੈ ਨਹੀਂ। ਇਸ ਕਰਕੇ ਸੋ ਕਾਰਨ ਕਾਰਜ ਨ ਪਿਖੀਅਤ ਸਤਿ। ਕਹਿਣ ਲੱਗੇ ਜਦੋਂ ਮੂਲ ਝੂਠ ਹੈ ਤੇ ਉਹਦੇ ਮੂਲ ਤੋਂ ਤਿਆਰ ਹੋਈ ਇਮਾਰਤ ਨੂੰ ਸੱਚ ਕਿਵੇਂ ਮੰਨਿਆ ਜਾ ਸਕਦਾ ਹੈ? ਉਹ ਵੀ ਅਸਤ ਹੈ, ਉਹ ਵੀ ਝੂਠ ਹੈ। ਹਾਂਜੀ। ਤਾਂ ਤੇ ਅੰਤੈ ਕਰਨ ਜੋ ਥਾਰੋ, ਸੋ ਅਬ ਦੇ ਕਰ ਹਿਰਦੇ ਵਿਸਾਰੋ। ਤਾਂ ਤੇ ਅੰਤੈ ਕਰਨ ਜੋ ਥਾਰੋ, ਸੋ ਅਬ ਦੇ ਕਰ ਹਿਰਦੇ ਵਿਸਾਰੋ। ਸਤਿਗੁਰੂ ਕਹਿਣ ਲੱਗੇ ਅੰਤੇਕਰਨ ਵੀ ਮੱਥਾ ਟੇਕ ਦਿਓ। ਇਹ ਜਿਹੜੀ ਤੁਹਾਡਾ ਮਨ ਹੈ, ਤੁਹਾਡੀ ਬੁੱਧੀ ਹੈ, ਤੁਹਾਡੀ ਸੁਰਤ ਹੈ, ਤੁਹਾਡੀ ਮਤ ਹੈ, ਸਤਿਗੁਰੂ ਕਹਿੰਦੇ ਇਹ ਵੀ ਮੱਥਾ ਟੇਕੋ, ਇਹ ਵੀ ਅਰਪਣ ਕਰੋ। ਦੇਖੋ ਗੁਰੂ ਅਮਰਦਾਸ ਜੀ ਨੇ ਸਾਨੂੰ ਗਾਗਰ ਵਿੱਚ ਸਾਗਰ ਪਾ ਕੇ ਦਿੱਤਾ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈ ਹੈ। ਹੁਣ ਇਹਦੀ ਕਥਾ ਕਿੰਨੀ ਲੰਬੀ ਹੈ। ਧਨ ਅਰਪੋਗੇ ਤੇ ਸਾਰੀ ਦੁਨੀਆ ਗਈ ਤੁਹਾਡੀ, ਤਨ ਅਰਪੋਗੇ ਤੇ ਸਰੀਰ ਗਿਆ, ਮਨ ਅਰਪੋਗੇ ਤੇ ਅੰਤੇਕਰਨ ਵੀ ਗਿਆ। ਹੁਣ ਇਹ ਤੀਜੀ ਭੇਟਾ ਹੈ। ਸਤਿਗੁਰੂ ਕਹਿੰਦੇ ਇਹ ਵੀ ਮੱਥਾ ਟੇਕੋ ਭਾਈ, ਇਹ ਵੀ ਦਿਓ। ਹਾਂਜੀ। ਪੁਨ ਤੁਮ ਗਿਆਨਾਨੰਦ ਸਮਾਵੋ, ਸੰਸੈ ਹੋਏ ਜੋ ਹਮੈ ਬਤਾਵੋ। ਸਤਿਗੁਰੂ ਜੀ ਕਹਿਣ ਲੱਗੇ ਇਸ ਤੋਂ ਬਾਅਦ ਤੁਸੀਂ ਗਿਆਨਾਨੰਦ ਵਿੱਚ ਸਮਾ ਜਾਓਗੇ। ਜੇ ਫਿਰ ਵੀ ਸੰਸਾ ਹੋਵੇ ਤੇ ਤੁਸੀਂ ਸਾਨੂੰ ਪੁੱਛ ਲੈਣਾ ਭਾਈ। ਜੇ ਤੁਹਾਡੇ ਮਨ ਵਿੱਚ ਕੋਈ ਬਾਕੀ ਭਰਮ ਹੋਵੇ ਤਾਂ ਅਸੀਂ ਤੁਹਾਨੂੰ ਉਹਦਾ ਉੱਤਰ ਦੇਵਾਂਗੇ। ਹਾਂਜੀ। ਅਸ ਪ੍ਰਕਾਰ ਜਬ ਗੁਰ ਨੈ ਬਰਨਾ, ਅੰਤੇ ਕਰਨ ਸਮਰਪੇ ਚਰਨਾ। ਉਹ ਫਿਰ ਦੋਵੇਂ ਜਣੇ ਉੱਠੇ, ਫਿਰ ਮੱਥਾ ਟੇਕਿਆ। ਕਹਿਣ ਲੱਗੇ ਜੀ ਅਸੀਂ ਆਪਣਾ ਅੰਤੇਕਰਨ ਵੀ ਤੁਹਾਨੂੰ ਦਿੱਤਾ,
ਇਹ ਵੀ ਅਸੀਂ ਤੁਹਾਡੇ ਚਰਨਾਂ ਤੇ ਮੱਥਾ ਟੇਕਦੇ ਹਾਂ, ਇਹ ਵੀ ਅਸੀਂ ਭੇਟਾ ਦਿੱਤੀ ਤੁਹਾਨੂੰ। ਹਾਂਜੀ। ਜਬ ਧਨ ਤਨ ਮਨ ਦੀਨ ਚੜਾਈ, ਨਾਨਕ ਜੀ ਤਬ ਗਿਰਾ ਅਲਾਈ। ਜਬ ਧਨ ਤਨ ਮਨ ਦੀਨ ਚੜਾਈ। ਅੱਜ ਤੋਂ ਬਾਅਦ ਤੁਹਾਨੂੰ ਕੋਈ ਆਨੰਦ ਸਾਹਿਬ ਦਾ ਇਹ ਪਾਠ ਸੁਣਾਵੇ ਨਾ ਕਿ ਤਨ ਮਨ ਧਨ ਸਭ ਸੌਂਪ ਗੁਰ ਕੋ, ਤਾਂ ਉਹਨੂੰ ਭਾਈ ਝੰਡੇ ਦੀ ਕਥਾ ਸੁਣਾਉਣੀ ਹੈ, ਉਹਨੂੰ ਭਾਈ ਇੰਦਰ ਸੈਨ ਦੀ ਕਥਾ ਸੁਣਾਉਣੀ ਵੀ ਇੰਨਾ ਸੌਖਾ ਕੰਮ ਨਹੀਂ ਹੈ ਵੀ ਧਨ 'ਚ 100 ਰੁਪਈਆ ਮੱਥਾ ਟੇਕਤਾ, ਤਨ 'ਚ ਜਿਹੜਾ ਉਹ ਸਿਰ ਝੁਕਾ ਦਿੱਤਾ ਤੇ ਮਨ ਦਾ ਉਦਾਂ ਹੀ ਸ਼ੁਰਲੀ ਛੱਡ ਦਿੱਤੀ ਵੀ ਨਹੀਂ ਜੀ ਮਹਾਰਾਜ ਸਾਰਾ ਕੁਝ ਤੁਹਾਡਾ ਹੀ ਹੈ। ਸਾਡੇ ਵਿੱਚ ਬੜੇ ਬੜੇ ਹਜ਼ਰਤ ਲੋਕ ਨੇ। ਜਦੋਂ ਮੈਂ ਧਾਰਮਿਕ ਵਿਦਿਆ ਪੜ੍ਹਦਾ ਸੀ ਤੇ ਸਾਡੇ ਤੋਂ ਇੱਕ ਸੀਨੀਅਰ ਸਟੂਡੈਂਟ ਸੀ, ਉਹ ਕਹਿੰਦਾ ਹੁੰਦਾ ਸੀ ਪ੍ਰਮਾਤਮਾ ਸਰਬੱਤ ਦਾ ਭਲਾ ਕਰੀ ਪਰ ਸ਼ੁਰੂ ਮੇਰੇ ਤੋਂ ਕਰੀ। ਸਾਡਾ ਇੱਕ ਮੈਂਬਰ ਸੀ ਦਿੱਲੀ ਕਮੇਟੀ ਦਾ, ਬੜਾ ਸਮਾਂ ਉਹਨੇ ਗੋਲਕਾਂ ਖੁਲਾਈਆਂ, ਹੁਣ ਤੇ ਦੁਨੀਆ 'ਚ ਨਹੀਂ ਹੈਗਾ। ਉਹਦੇ ਮੂੰਹ ਤੇ ਮਾਤਾ ਦੇ ਦਾਗ ਸੀ। ਰਕਾਬਗੰਜ ਸਾਹਿਬ ਉਹਨੇ ਗੋਲਕ ਖਲਾਈ, ਮੈਂ ਕੁਦਰਤੀ ਮੱਥਾ ਟੇਕਣ ਚਲਾ ਗਿਆ। ਕਹਿੰਦਾ ਗਿਆਨੀ ਜੀ ਆਪਾਂ ਤੇ ਮਹਾਰਾਜ ਨੂੰ ਅਰਦਾਸ ਕਰ ਦਿੱਤੀ ਹੈ ਵੀ ਪਿਛਲੇ ਔਗਣ ਬਖਸ਼ੋ, ਪਿਛਲੇ ਔਗਣ ਬਖਸ਼ੋ, ਅੱਗੇ ਤੋਂ ਕਰਨ ਦਾ ਬਲ ਬਖਸ਼ੋ। ਹੁਣ ਸਾਰੇ ਅਸੀਂ ਇੱਥੇ ਹੀ ਖਲੋਤੇ ਹਾਂ। ਆਪਾਂ ਇਹ ਨਹੀਂ ਕਹਿੰਦੇ ਵੀ ਮਹਾਰਾਜ ਮੈਂ ਸ਼ਰਾਬ ਛੱਡ ਦਿਆਂ, ਮਹਾਰਾਜ ਮੈਂ ਝੂਠ ਛੱਡ ਦਿਆਂ, ਮਹਾਰਾਜ ਮੇਰਾ ਫੇਰੀ ਛੱਡ ਦਿਆਂ, ਨਾ। ਕਹਿੰਦੇ ਤੰਦਰੁਸਤੀ ਦਿਓ ਵੀ ਤਕੜਾ ਹੋ ਕੇ ਕਰਾਂ। ਵੀ ਤੰਦਰੁਸਤੀ ਮੰਗਣ ਦਾ ਅਰਥ ਜਾਂ ਤੇ ਵੀ ਅੱਗੇ ਤੋਂ ਮਹਾਰਾਜ ਮੈਂ ਬਾਣੀ ਪੜਾਂਗਾ ਮੈਨੂੰ ਤੰਦਰੁਸਤੀ ਦੇ ਦਿਓ, ਅੱਗੇ ਤੋਂ ਮੈਂ ਰੋਜ਼ ਗੁਰਦੁਆਰੇ ਆਵਾਂਗਾ ਮੈਨੂੰ ਤੰਦਰੁਸਤੀ ਦੇ ਦਿਓ, ਅੱਗੇ ਤੋਂ ਮੈਂ ਦਸਵੰਧ ਕੱਢਾਂਗਾ ਤੁਸੀਂ ਮੈਨੂੰ ਚੜ੍ਹਦੀ ਕਲਾ ਦਾ ਕਾਰੋਬਾਰ ਦੇ ਦਿਓ, ਫਿਰ ਤੇ ਠੀਕ ਹੈ। ਹੁਣ ਇਹ ਗੱਲ ਸੱਚ ਜਾਂ ਝੂਠ, ਇਹ ਤੀਜੀ ਗੱਲ ਦੀ ਮੈਂ ਤੁਹਾਡੇ ਨਾਲ ਉਹ ਨਹੀਂ ਕਰਦਾ ਕਿਉਂਕਿ ਉਹਦਾ ਮੈਂ ਵਿਟਨੈਸ ਨਹੀਂ ਆ। ਹੁਣ ਇੱਥੇ ਇੱਕ ਬੈਠਾ ਗ੍ਰੰਥੀ, ਉਹਦੇ ਮੂੰਹ ਤੋਂ ਮੈਂ ਗੱਲ ਜ਼ਰੂਰ ਸੁਣੀ ਹੈ। ਉਹ ਕਹਿੰਦਾ ਇੱਕ ਬੰਦਾ ਆ ਗਿਆ, ਕਹਿੰਦਾ ਜੀ ਗਿਆਨੀ ਜੀ ਕਾਰੋਬਾਰ ਦੀ ਅਰਦਾਸ ਕਰ ਦਿਓ। ਕਹਿੰਦਾ ਮੈਂ ਇਹਨੂੰ ਪੁੱਛਿਆ ਵੀ ਕਾਰੋਬਾਰ ਕੀ ਹੈ? ਕਹਿੰਦਾ ਨਹੀਂ ਉਹ ਛੱਡੋ, ਤੁਸੀਂ ਆ ਲਓ 100 ਰੁਪਈਆ ਅਰਦਾਸ ਕਰ ਦਿਓ। ਕਹਿੰਦਾ ਮੈਂ ਵੀ ਖਹਿੜੇ ਪੈ ਗਿਆ ਵੀ ਕਾਰੋਬਾਰ ਤੇ ਦੱਸ। ਕਹਿੰਦਾ ਬਾਅਦ 'ਚ ਪਤਾ ਲੱਗਾ ਵੀ ਨਿਗਮ ਬਹੁਤ ਘਾਟ ਦਾ ਉਹਨੇ ਲੱਕੜ ਦਾ ਠੇਕਾ ਲਿਆ, ਸ਼ਮਸ਼ਾਨ ਭੂਮੀ ਲੱਕੜ ਦਾ ਠੇਕਾ ਮਿਲ ਗਿਆ ਉਹਨੂੰ। ਉਹ ਵੀ ਆ ਗਿਆ ਇੱਥੇ, ਕਹਿੰਦਾ ਜੀ ਅਰਦਾਸ ਮੇਰੀ ਵੀ ਕਰ ਦਿਓ। ਫਿਰ ਮਹਾਰਾਜ ਕਾਰੋਬਾਰ ਚੜ੍ਹਦੀ ਕਲਾ 'ਚ, ਹੁਣ ਕਾਰੋਬਾਰ ਚੜ੍ਹਦੀ ਕਲਾ 'ਚ ਤਾਂ ਹੀ ਹੈ ਜੇ ਧੂਣੀ ਧੁਖਦੀ ਰਵੇ ਤਾਂ। ਇੱਕ ਮੁਰਦਾ ਸੜੇ, ਦੂਜਾ ਫਿਰ ਸੜੇ, ਤੀਜਾ ਫਿਰ ਸੜੇ, ਚੌਥਾ ਫਿਰ ਸੜੇ। ਵੀ ਐਂਬੂਲੈਂਸ ਤੇ ਐਂਬੂਲੈਂਸ ਤੁਰੀਆਂ ਹੁਣ ਡੈੱਡ ਬੋਡੀਆਂ ਲੈ ਕੇ, ਉਹਦਾ ਕਾਰੋਬਾਰ ਤੇ ਤਾਂ ਹੀ ਚੜ੍ਹਦੀ ਕਲਾ 'ਚ ਜਾਏਗਾ। ਜੇ ਤਨ ਮਨ ਧਨ ਅਰਪਣ ਕਰਨਾ ਹੈ ਤੇ ਉਹਦਾ ਘਰ ਬੜੀ ਦੂਰ ਹੈ। ਇੱਥੇ ਇਹਨਾਂ ਦੋਵਾਂ ਨੇ ਤਨ ਮਨ ਧਨ ਦੀਨ ਚੜਾਈ, ਨਾਨਕ ਜੀ ਤਬ ਗਿਰਾ ਅਲਾਈ। ਹੁਣ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਪੁੱਛਦੇ ਨੇ ਵੀ ਹੁਣ ਦੱਸੋ ਭਾਈ, ਤੁਸੀਂ ਸਰਬੰਸ ਦੇ ਦਿੱਤਾ, ਤੁਸੀਂ ਸਰੀਰ ਦੇ ਦਿੱਤਾ, ਤੁਸੀਂ ਆਪਣਾ ਅੰਤੇਕਰਨ ਦੇ ਦਿੱਤਾ ਹੈ। ਹਾਂਜੀ। ਜੋ ਸੰਸਾ ਅਬ ਤੁਮ ਉਰ ਮਾਹੀ, ਕਹੋ ਲਿਹੋ ਉਤਰ ਸਭ ਤਾਹੀ। ਹੁਣ ਦੱਸੋ ਵੀ ਤੁਹਾਡੇ ਮਨ ਵਿੱਚ ਕੋਈ ਸੰਸਾ ਹੈ, ਤੁਹਾਡੇ ਮਨ ਵਿੱਚ ਕੋਈ ਭਰਮ ਹੈ, ਤੁਹਾਡੇ ਮਨ ਵਿੱਚ ਕੋਈ ਸਵਾਲ ਪ੍ਰਸ਼ਨ ਹੈ ਕੋਈ ਭਾਈ? ਹਾਂਜੀ। ਤਬ ਸੰਕਲਪ ਉਠਾਵਾ ਦੋ, ਜੋ ਸੰਸੈ ਹੋਏ ਭਾਖੈ ਸੋ। ਹੁਣ ਉਹਨਾਂ ਦੇ ਅੰਦਰ ਸੰਕਲਪ ਪੈਦਾ ਹੋਇਆ, ਜਿਵੇਂ ਇੱਕ ਅਫਸਰ ਨੂੰ ਵੇਖਿਆ, ਮੇਰੇ ਖਾਬੋ ਖਿਆਲ ਵਿੱਚ ਵੀ ਨਹੀਂ ਸੀ ਕਿ ਮੈਂ ਇਹਨੂੰ ਕੰਮ ਕਵਾਂ, ਮੈਨੂੰ ਪਤਾ ਹੀ ਨਹੀਂ ਇਹ ਕੌਣ ਹੈ। ਸਾਡੇ ਨਾਲ ਤਾਂ ਰੋਜ਼ ਵਾਪਰਦਾ ਹੈ ਨਾ। ਉਹ ਕਹੇ ਜੀ ਭਾਈ ਸਾਹਿਬ ਨੇ ਜੀ, ਇਹ ਬੰਗਲਾ ਸਾਹਿਬ ਹੈਡ ਗ੍ਰੰਥੀ ਨੇ ਜੀ, ਲਓ ਜੀ ਇੰਨੀ ਗੱਲ ਕਹਿਣ ਦੀ ਦੇਰ ਅਗਲਾ ਐਪਲੀਕੇਸ਼ਨ ਕੱਢ ਲਿਆਉਂਦਾ, ਆ ਸਾਡਾ ਕਾਕਾ ਲਵਾ ਦਿਓ ਜੀ ਗੁਰਦੁਆਰੇ, ਆ ਸਾਡੇ ਕਾਕੇ ਦੀ ਐਡਮਿਸ਼ਨ ਕਰਾ ਦਿਓ ਜੀ। ਇਹਨੂੰ ਕਹਿੰਦੇ ਨੇ ਸੰਕਲਪ। ਵੀ ਬੰਦਾ ਵੇਖਿਆ
ਤੇ ਕੰਮ ਚੇਤੇ ਆ ਗਿਆ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਦੱਸੋ ਤੁਹਾਡਾ ਕੋਈ ਸਵਾਲ ਹੈ। ਉਹਨਾਂ ਨੇ ਅੰਦਰ ਸੰਕਲਪ ਲਿਆ ਵੀ ਸਵਾਲ ਤੇ ਪੁੱਛਣਾ ਚਾਹੀਦਾ। ਹੁਣ ਤੇ ਆਪ ਕਹਿ ਰਹੇ ਨੇ ਪੁੱਛੋ। ਇਹਨੂੰ ਕਥਾ ਨੂੰ ਹੁਣ ਧਿਆਨ ਨਾਲ ਸੁਣਨਾ। ਜੋ ਸੰਸਾ ਅਬ ਤੁਮ ਔਰ ਮਾਹੀ ਕਹੋ ਲਿਹੋ ਉੱਤਰ ਸਭ ਤਾਹੀ ਤਬ ਸੰਕਲਪ ਉਠਾਵਾ ਦੋ ਜੋ ਸੰਸੇ ਹੋਏ ਭਾਖੈ ਸੋ। ਕਹਿਣ ਲੱਗੇ ਵੀ ਇੱਕ ਦੋ ਸਵਾਲ ਤੇ ਪੁੱਛ ਹੀ ਲੈਣੇ ਚਾਹੀਦੇ ਨੇ। ਇਹੋ ਜਿਹਾ ਸੰਤ, ਇਹੋ ਜਿਹਾ ਪੁੱਗਿਆ ਕੋਈ ਮਹਾਤਮਾ, ਕੋਈ ਗੁਰੂ ਪਤਾ ਨਹੀਂ ਮੁੜ ਕੇ ਕਦੇ ਜ਼ਿੰਦਗੀ 'ਚ ਮਿਲੇਗਾ ਕਿ ਨਹੀਂ ਮਿਲੇਗਾ। ਹਾਂਜੀ। ਗੁਰੂ ਪਣੈ ਸੰਕਲਪੈ ਜੋ ਮਨ ਕੋ ਧਰਮ ਜਾਣੀਐ ਸੋ। ਸਤਿਗੁਰੂ ਕਹਿਣ ਲੱਗੇ ਅਜੇ ਉਹਨਾਂ ਨੇ ਬੋਲਿਆ ਕੁਝ ਨਹੀਂ। ਜਿਵੇਂ ਮਨ ਵਿੱਚ ਸੰਕਲਪ ਆਇਆ, ਕਿਉਂਕਿ ਇਹ ਮਨ ਦਾ ਵਿਸ਼ਾ ਹੈ। ਜਿਹੜਾ ਕਿਸੇ ਨਾਲ ਸਵਾਲ ਜਵਾਬ ਕਰਨਾ ਹੈ ਨਾ, ਇਹ ਮਨ ਤੋਂ ਬਗੈਰ ਨਹੀਂ ਹੋ ਸਕਦਾ। ਹੁਣ ਮੈਨੂੰ ਪਤਾ ਵੀ ਇਹ ਬੰਦਾ ਮੇਰਾ ਕੰਮ ਕਰ ਸਕਦਾ ਹੈ, ਪਰ ਮੇਰਾ ਮਨ ਕਹਿੰਦਾ ਨਹੀਂ, ਮੈਂ ਇਹੋ ਜਿਹੇ ਮੂਰਖ ਅੱਗੇ ਮੈਂ ਨਹੀਂ ਹੱਥ ਜੋੜਨੇ, ਤੇ ਮੈਂ ਆਪਣਾ ਨੁਕਸਾਨ ਵੀ ਕਰ ਲਾਂਗਾ, ਮੈਂ ਨਹੀਂ ਉਹਦੇ ਅੱਗੇ ਨਹੀਂ ਗੱਲ ਕਰਾਂਗਾ। ਜਿਵੇਂ ਹੀ ਉਹਨਾਂ ਦੇ ਮਨ ਵਿੱਚ ਭਰਮ ਦਾ, ਸਵਾਲ ਦਾ ਸੰਕਲਪ ਆਇਆ, ਸਤਿਗੁਰੂ ਨੇ ਰੋਕ ਦਿੱਤਾ। ਕਹਿਣ ਲੱਗੇ ਭਾਈ ਇਹ ਮਨ ਦਾ ਵਿਸ਼ਾ ਹੈ। ਸੰਕਲਪ ਮਨ ਵਿੱਚ ਪੈਦਾ ਹੁੰਦੇ ਨੇ, ਫੁਰਨੇ ਜਿਹੜੇ ਖਿਆਲ ਪੈਦਾ ਹੁੰਦੇ ਨੇ, ਇਹ ਮਨ ਦਾ ਵਿਸ਼ਾ ਹੈ। ਚੰਗੇ ਖਿਆਲ ਆਉਣੇ, ਮਾੜੇ ਖਿਆਲ ਆਉਣੇ, ਇਹ ਸੰਕਲਪ ਜਿਹੜੇ ਨੇ ਇਹ ਮਨ ਵਿੱਚ ਹੁੰਦੇ ਨੇ। ਤੁਹਾਡੇ ਹੱਥਾਂ 'ਚ ਕਦੇ ਕੋਈ ਖਿਆਲ ਆਇਆ? ਖਿਆਲ ਮਨ 'ਚ ਆਉਂਦਾ ਵੀ ਮਾਰ ਘਸੋਨੇ ਦੇ, ਇੱਕ ਮਨ ਦਾ ਖਿਆਲ ਹੈ। ਤੇ ਹੱਥ ਮੁੜ ਕੇ ਅੱਗੋਂ ਜਵਾਬ ਦਿੰਦੇ ਵੀ ਨਾ, ਇਹ ਤੇ ਵਿਚਾਰੇ ਬੁਰਕੀ ਨਹੀਂ ਖਾਣ ਜੋਗੇ, ਰੋਟੀ ਦੀ ਘਸੁੰਨ ਕੀ ਮਾਰੇਗਾ। ਕਈ ਬਜ਼ੁਰਗਾਂ ਨੂੰ ਵੇਖਿਆ ਨਾ ਮੰਜੀ ਤੇ ਬੈਠੇ, ਕਾਕਾ ਹੁਣ ਮੈਂ ਉੱਠਣ ਨਹੀਂ ਜੋਗਾ, ਨਹੀਂ ਤੇ ਤੇਰੇ ਚਪੇੜ ਤੇ ਇੱਕ ਮਾਰਦਾ। ਵੀ ਤਾਂ ਸੋਚਣ ਦੀ ਵੀ ਕੀ ਲੋੜ ਹੈ, ਵੀ ਜਦੋਂ ਹੱਥ ਕੰਬਦੇ ਹੋਣ ਤੇ ਕੀ ਲੋੜ ਹੈ। ਪਰ ਨਹੀਂ, ਸੰਕਲਪ ਤੇ ਮਨ ਨੇ ਲੈਣਾ। ਮਨ ਕਦੇ ਬੁੱਢਾ ਹੁੰਦਾ ਨਹੀਂ। ਤੁਸੀਂ ਕਈ ਵਾਰੀ ਵੇਖਿਆ ਹੋਏਗਾ ਵੀ ਕਈ ਬੁੱਢੇ ਉਦਾਂ ਹੀ ਗਲ ਪੈਂਦੇ ਪੈਂਦੇ ਮੰਜੀ ਤੋਂ ਦੇ ਕੇ ਕੁਝ ਚੂਕਣਾ ਤੜਾ ਲੈਂਦੇ ਨੇ, ਨਿਆਣਾ ਭੱਜ ਜਾਂਦਾ ਕੋਲੋਂ। ਅਸੀਂ ਤਾਂ ਖੁਦ ਨਿੱਕੇ ਹੁੰਦਿਆਂ ਕਰਦੇ ਸੀ, ਜਿਹਦੇ ਕੋਲ ਨਾ ਉੱਠਿਆ ਜਾਣਾ ਉਹਨੂੰ ਜ਼ਿਆਦਾ ਖਿਜਾਉਣਾ। ਸਾਨੂੰ ਪਤਾ ਸੀ ਵੀ ਇਹ ਖਿਜ ਹੀ ਸਕਦਾ, ਉੱਠ ਕੇ ਡੰਡਾ ਤੇ ਮਾਰ ਨਹੀਂ ਸਕਦਾ। ਜਿਵੇਂ ਹੀ ਉਹਨਾਂ ਦੇ ਮਨ ਵਿੱਚ ਸੰਕਲਪ ਆਇਆ ਤੇ ਸਤਿਗੁਰੂ ਕਹਿਣ ਲੱਗੇ ਨਹੀਂ ਬਈ, ਤੁਸੀਂ ਅੰਤੇਕਰਨ ਮੈਨੂੰ ਮੱਥਾ ਟੇਕ ਦਿੱਤਾ, ਤੇ ਸੰਕਲਪ ਮਨ ਦਾ ਧਰਮ ਹੈ, ਤੇ ਮਨ ਤੁਹਾਡੇ ਕੋਲ ਹੈ ਨਹੀਂ, ਮਨ ਤੇ ਤੁਸੀਂ ਮੈਨੂੰ ਦੇ ਚੁੱਕੇ ਹੋ। ਹਾਂਜੀ। ਮਨ ਤੋ ਹਮੈ ਸਮਰਪਣ ਕੀਨੋ ਨਿਜ ਕਾਰਜ ਹਿਤ ਕਿਉ ਪੁਨ ਲੀਨੋ। ਸਤਿਗੁਰੂ ਕਹਿੰਦੇ ਵੀ ਜਦੋਂ ਮਨ ਸਾਨੂੰ ਮੱਥਾ ਟੇਕ ਦਿੱਤਾ ਤੇ ਆਪਣੇ ਨਿਜ ਦੇ ਕਿਸੇ ਕੰਮ ਵਾਸਤੇ ਤੁਸੀਂ ਮਨ ਨੂੰ ਫਿਰ ਵਰਤਣਾ ਸ਼ੁਰੂ ਕਰ ਦਿੱਤਾ। ਮੰਨ ਲਈਏ ਕਿ ਮਨ ਇੱਕ ਵਸਤੂ ਹੈ, ਮਨ ਇੱਕ ਸਾਈਕਲ ਹੈ, ਮਨ ਇੱਕ ਸਕੂਟਰ ਹੈ, ਮਨ ਇੱਕ ਮੰਜੀ ਹੈ, ਮਨ ਇੱਕ ਪੀੜੀ ਹੈ, ਮਨ ਇੱਕ ਕੁਰਸੀ ਹੈ। ਤੁਸੀਂ ਮੈਨੂੰ ਦੇਤੀ ਤੇ ਮੁੜ ਕੇ ਬਹਿਣ ਵਾਸਤੇ ਫਿਰ ਭਾਈ ਇਹ ਕੁਰਸੀ ਦਿਆ ਜੀ ਮੈਨੂੰ। ਸਤਿਗੁਰੂ ਕਹਿੰਦੇ ਮਨ ਤੇ ਤੁਸੀਂ ਮੈਨੂੰ ਮੱਥਾ ਟੇਕ ਦਿੱਤਾ, ਤੇ ਸਵਾਲ ਕਰਨ ਵਾਸਤੇ ਮਨ ਦੇ ਵਿੱਚ ਤੁਸੀਂ ਫਿਰ ਸੰਕਲਪ ਪੈਦਾ ਕਰ ਲਏ। ਜਿਹੜੀ ਚੀਜ਼ ਸਾਨੂੰ ਦੇ ਦਿੱਤੀ ਹੈ ਉਹ ਤੁਸੀਂ ਵਾਪਸ ਕਿਵੇਂ ਵਰਤ ਸਕਦੇ ਹੋ ਭਾਈ? ਨਿਜ ਕਾਰਜ ਹਿਤ ਕਿਉ ਪੁਨ ਲੀਨੋ। ਦਿੱਤੀ ਚੀਜ਼ ਕਦੇ ਵਾਪਸ ਨਹੀਂ ਲਈਦੀ। ਹਾਂਜੀ। ਗੁਰੂ ਕੋ ਭੇਟ ਦੀਐ ਵਥ ਜੋ ਜਨ ਪੁਨ ਤੈ ਸੰਗ ਨ ਕਛੂ ਪਰੋ ਜਨ। ਜਿਹੜੀ ਚੀਜ਼ ਤੁਸੀਂ ਗੁਰੂ ਦੇ ਭੇਟਾ ਕਰ ਦਿੱਤੀ ਉਸ ਚੀਜ਼ ਨਾਲ ਤੁਹਾਡਾ ਕੋਈ ਸੰਬੰਧ ਨਹੀਂ। ਪਰ ਇੱਥੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਇੱਕ ਆਦਮੀ ਨੇ ਚਾਦਰ ਚੜਾਈ। ਮੈਨੂੰ ਵੀ ਬੜੇ ਚਿਰ ਬਾਅਦ ਪਤਾ ਲੱਗਾ, ਸੀਸਗੰਜ ਸਾਹਿਬ ਮੇਰੀ ਸੇਵਾ ਸੀ, ਤੇ ਮੈਂ ਕਿਹਾ ਭਾਈ ਇਹ ਸਟੋਰ ਦਾ ਪਤਾ ਕਰੋ ਕੀ ਹਿਸਾਬ ਕਿਤਾਬ ਹੈ। ਉਹ ਕਹਿੰਦੇ ਜੀ ਸਟੋਰ ਤੇ ਭਾਪੇ ਦਰਸ਼ਨ ਸਿੰਘ ਕੋਲੇ ਹੈ, ਬਜ਼ੁਰਗ ਹੁੰਦੇ ਸੀ, ਬੜੀ ਸੇਵਾ ਕਰਦੇ ਸੀ। ਸਾਡਾ ਇੰਚਾਰਜ ਗ੍ਰੰਥੀ ਭਾਈ ਸੋਹਣ ਸਿੰਘ ਸੀ। ਮੈਂ ਕਿਹਾ ਭਾਈ ਸਾਹਿਬ ਜੀ ਇਹਦਾ ਹਿਸਾਬ ਕਿਤਾਬ? ਕਹਿੰਦਾ ਜੀ ਮੇਰੇ ਕੋਲ ਤਾਂ ਹੈ ਨਹੀਂ। ਮੈਂ ਕਿਹਾ ਇਹਦਾ ਕੀ ਮਤਲਬ?
सेवा संभालो कर सकते हैं, पर मैनू तुहाडी किताब दे विच एंट्री चाहिदी है भी चादरां किन्नियां, कंबल किन्ने, चांदी किन्नी, सोना किन्ना, चवर किन्ने, मैनू गिणती चाहिदी है। गिणती की, गिणती हो गई। मैं कहा तू उन्होंने दे ईमानदार बंदे ने, वाकई ईमानदार से, मैं उन्होंने सेवा ते किंतु परंतु नहीं कर सकता। जो सारा कुछ निकलिया मैं कहा भाई साहब इन्ने समान की लोड़ हैगी, आपां नूं 3 कमरे भरे हुए ने। कहता नहीं, मैं कहा जमा कराओ। जमा कराउण तुरे तो एक बंदा आ गया जी, कहता जी मेरियां चादरां तो जमा ही नहीं कराउणियां। मैं की मतलब? कहता जी मैं चढ़ाइयां ने। मैं कहा फिर? वो की करदा सी भी जिहड़ी चादर चढ़ा दिंदा सी ना, वो समझ लैंदा सी मेरी है। तो 10-15 दिनी फिर आप टपकदा सी भी मेरे वाली चादर चढ़ाओ जी। हुण समझ आई आप जी को? जिहड़ी चीज तुसीं मत्था टेक दित्ती उहदे तो बाद तुहाडा उहदे ते की हक है? इहनूं भाई गुरदास कहंदे ने हथों दे के भला मनावे, पर असीं कित्थे खलोते हैं हथों दे के झगड़ा पावे। भाई गुरदास की बाणी हथों दे के भला मनाउण वाली है, पर साडी किरिया झगड़े पाउण वाली है। मैं चीज़ दिती सी जी, इत्थे घड़ी रखी सी जी, किधर गई जी? आ जिहड़ियां चीज़ां इत्थे लगदियां ने ना, तुसीं सोच नहीं सकते भी कई बारी साडी जान किन्नी जोखम च फसी हुंदी है। पिछले साल माई छब्बी देगी सोने की, अगले साल कहती मेरी छब्बी कित्थे है? भी मत भी इत्थे इन्नियां छब्बियां टंग देंगे तो प्रकाश कित्थे करांगे पालकी च? एक दुनियावी चीज दे के असी उत्थे ही खलोते हुए भी ये मेरी है। सतगुरु कहन लगे नहीं भाई झंडे, नहीं भाई इंद्र सैन, जे तुसी तन दे दिता है, मन दे दिता है, धन दे दिता है, ते गुर को भेट दिए वथ जो जन, पुन ते संग न कशु परजोजन। ते हुण तुहाडा इन्हां चीज़ां नाल कोई लेना देना नहीं, ये तो साडियां हो गईयां, तुसी सानू दे दित्तियां। हुण इहनूं कहंदे ने तेरा दिया तुझे क्या अर्पों। पहली गल भी तुहाडे दिते दे विचों मैं तुहानूं की देवां, ते जे दे दिता है तो फिर इको गल कहनी है कि परमात्मा ये सारा कुछ तो तेरा सी, तेरा तुझको सौंपते क्या लागे मेरा। तेरी चीज तैनू दे दी, हुण इहदे नाल मेरा कोई लेना देना नहीं। इत्थे ऐसे गुरमुख बहुत आउंदे ने, भाई साहब जी ये माया है, दसो जी की करनी है? कहते भाई साहब असीं तो दे दी, हुण जो करना है तुसीं करना है। साडे वल्लों बिल्डिंग च पा लो, साडे वल्लों देसी घिओ च पा लो, साडे वल्लों लंगर च पा लो, साडे वल्लों तुसीं तनख्वाह च पा लो, असीं तो दे दी। ऐसे लोग भी हैगे ने। तेरा तुझको सौंपते क्या लागया मेरा, मैं तुहानूं दे दिता, मेरा हुण कुछ नहीं लगता, उहदे नाल मेरा कोई लेना देना नहीं। पर दुनिया इस तरह की भी है। एक गल शुरू हुई सी कि घर विच बच्चा नहीं हो रहा, सुखना सुख लई कि महाराज घर बच्चा होवे ते पहला बच्चा असी तुहानूं भेटा करांगे, भाव तुहाडा गुरसिख बनेगा, तुहाडे घर सेवा करेगा। मुड़ के लोगों ने राह कढ़ लिया। राह की कढ़िया भी बच्चा हो गया तो जो वड्डा हो गया तो गुरुद्वारे ले आंदा, ज्ञानी जी ये बच्चा महाराज तो मंगिया सी, महाराज नूं चढ़ाउणा है, मुड़ के बाबे तो मुल पवा लिया। भी एक कोई बकरी भेड़ थोड़ा भी लाख रुपया मुल पा लो जी, 2 लाख मुल पा लो जी, वो पैसे पर्ची कटा दो जी, मुंडा घर लै जाओ जी। इसे करके वो गल्लां साडियां मुड़ के महाराज ने सुनिया नहीं। महाराज नूं समझ आ गई बंदा बेईमान है। नहीं तो परिवारां दे विच हुंदा सी कि महाराज पुत्र दिओ तुहाडा सिख बनावांगे, ते पूरी फैमिली उन्होंने हिंदू फैमिली सपोर्ट करती सी।
कि नहीं बच्चे तू केस नहीं कट सकता, तू दस्तार नहीं उतार सकता, साड़ी ते कुल पुत्र तेरे तो चली है, इस ते गुरु नानक तो मंगिया सी तैनू। जे कदे बच्चे ने महसूस भी किया भी बाकी सारे फ्री तुरे फिरदे ने ते बाकियां ने कहा नहीं असी तेरी मदद करांगे, तू सिख रहना है, असी गुरु नानक दे घर तो तेनू मंगिया सी, तेरे करके ते बाकी भरावां दे जन्म होए ने। कई बार असी कारोबार च भी करते हैं भी महाराज कारोबार देन असी महाराज नू भेटा करांगे, मुड़ के असी भुल जाने हैं, वादा खिलाफी करते हैं। गुरु नानक साहब कहन लगे कि गुर को भेट दिए वथ जो जन पुन तै संग ना को कशु प्रयोजन। जिहड़ी चीज़ तुसी गुरु नूं दे दित्ती उहदे नाल मुड़ के तुहाडा कोई लैना देना नहीं, उहदे नाल तुहाडा कोई प्रयोजन नहीं, हुण उहदे ते तुहाडी कोई हक परस्ती नहीं है। हाँ जी, नह संकल्प उठावो को निश्चय करन लगे पुन दो। हुण उन्होंने गल किया भी गल तो ठीक है संत जी दी कि सानू कोई संकल्प उठाउणा नहीं चाहिए। हुण इस गल का निश्चय कर लिया भी असी तन भी दे दिता है, मन भी दे दिता है, धन भी दे दिता है। इस गल का निश्चय, निश्चय किनू कहते हैं? विश्वास, भरोसा, फेथ। हुण जदों उन्हां दे अंदर निश्चय आया, भरोसा आया, फेथ आया, जदों वो निश्चय करन लगे, हाँ जी, जह तो सत बचन सुख कर को मन हम कीन समर्पण गुर को। ये तो सत बचन सुख कर को मन हम कीन समर्पण गुर को। मन विच निश्चय आ गया भी ये तो सुख दाते गुरु नानक दा बचन सत है, इस करके सानू संकल्प नहीं उठाना चाहिए। उन्होंने निश्चय कर लिया। हाँ जी, लख तिन उर की पंकज नैना श्री मुख ते एव उचरे बैना। जदों उन्होंने निश्चय किया, हुण निश्चय के प्रति भी सतगुरु ने बचन उचारे। लख तिन उर की पंकज नैना श्री मुख ते इव उचरे बैना। सतगुरु कहन लगे भाई सुनो, तुसी निश्चय नहीं कर सकते, संकल्प नहीं उठा सकते, क्यों? क्योंकि ये मन का धर्म है। हुण उन्होंने निश्चय कर लिया भी ठीक है जी, जो तुसी कहने वो ठीक है। सतगुरु कहते ये भी नहीं कर सकते। देखो कितनी सूक्ष्म कथा है। मन अर्पण करन तो बाद तुसी विश्वास भी नहीं कर सकते। निश्चय किया, सतगुरु कहते भी नहीं ये भी नहीं कर सकते तुसी। हाँ जी, अब तुम निश्चा तारत जो जह तो धर्म बुद्ध को हो। सतगुरु कहन लगे भी ये तो बुद्धि का धर्म है। मन का धर्म की है? संकल्प। बुद्धि का धर्म की है? निश्चय, भरोसा। ये फैसला तुहाडी बुद्धि करती है कि मैं गड्डी स्टार्ट करा, मैं ब्रेक मारा, मैं गड्डी साइड ते लावां। ये बुद्धि का विषय है, अकल का। सतगुरु कहन लगे निश्चय करना ये बुद्धि का धर्म है, तो बुद्धि अंतेकरण का एक पार्ट है, एक हिस्सा है। मैं पहले बेनती की सी भी अज दे एक टैलीफोन च कितना कुछ है। टैलीफोन इको ही है, एक टैलीफोन विच तुहाडा कंप्यूटर भी है, इको टैलीफोन दे विच तुहाडी वॉइस कॉल भी है, उहदे विच तुहाडा वीडियो कैमरा भी है, उहदे विच तुहाडा स्टिल कैमरा भी है, उहदे विच तुहाडी नोटबुक भी है। अंतेकरण इको ही है। अंतेकरण विच चार चीज़ां ने, सुरत, मत, मन ते बुद्ध। अगर इन्हां चीज चारां दी कथा सुननी होवे तो इदों वधिया तुहानूं कोई नहीं मिलेगी, ना तुहानूं को समझा पाएगा। क्योंकि मैं तुहानूं समझा नहीं रहा, मैं तुहानूं सुना रहा। समझा कौन रहे ने? गुरु नानक साहब। समझ कौन रहे ने? भाई झंडा ते भाई इंदर सैन।
ਉਹਨਾਂ ਦੇ ਮਨ ਵਿੱਚ ਨਿਸ਼ਚਾ ਆਇਆ ਵੀ ਗੁਰੂ ਨਾਨਕ ਸਾਹਿਬ ਨੇ ਬਚਨ ਤਾਂ ਠੀਕ ਆਖੇ ਨੇ। ਸਤਿਗੁਰੂ ਕਹਿਣ ਲੱਗੇ ਤੁਸੀਂ ਨਿਸ਼ਚਾ ਨਹੀਂ ਕਰ ਸਕਦੇ, ਕਿਉਂਕਿ ਇਹ ਜਿਹੜਾ ਨਿਸ਼ਚਾ ਹੈ, ਅਬ ਤੁਮ ਨਿਸ਼ਚਾ ਧਾਰਤ ਜੋ ਇਹ ਤੋ ਧਰਮ ਬੁੱਧ ਕੋ ਹੋ, ਇਹ ਤੇ ਬੁੱਧੀ ਦਾ ਧਰਮ ਹੈ, ਤੇ ਬੁੱਧੀ ਤੁਸੀਂ ਅੰਤੇ ਕਰਨ ਵਿੱਚ ਸਾਨੂੰ ਭੇਟਾ ਕਰ ਦਿੱਤੀ ਹੈ। ਹਾਂਜੀ। ਸੋ ਦੀਨੀ ਗੁਰ ਦਛਣ ਮਾਹੀ, ਅਬ ਤੁਮ ਧਰਮ ਗਹੋ ਤੇ ਕਾਹੀ। ਸਤਿਗੁਰੂ ਕਹਿਣ ਲੱਗੇ ਤੁਸੀਂ ਅੰਤੇ ਕਰਨ ਮੱਥਾ ਟੇਕਿਆ? ਕਹਿਣ ਲੱਗੇ ਜੀ ਟੇਕਿਆ। ਕਹਿੰਦੇ ਫਿਰ ਇਹਦੇ ਵਿੱਚੋਂ ਚੀਜ਼ਾਂ ਚੁੱਕਣੀਆਂ ਕੋਈ ਸ਼ੁਰੂ ਕਰ ਦਿੱਤੀਆਂ। ਪਹਿਲਾਂ ਤੁਸੀਂ ਮਨ ਚੁੱਕ ਲਿਆ, ਹੁਣ ਤੁਸੀਂ ਬੁੱਧੀ ਚੁੱਕ ਲਈ। ਨਿਸ਼ਚਾ ਕਰਨਾ ਬੁੱਧੀ ਦਾ ਕੰਮ ਹੈ। ਮੈਨੂੰ ਕੋਈ ਪ੍ਰੋਬਲਮ ਹੈ, ਸਮੱਸਿਆ ਹੈ, ਮੈਂ ਕਿਸੇ ਸਿਆਣੇ ਬੰਦੇ ਕੋਲ ਗਿਆ, ਉਹਨੇ ਮੈਨੂੰ ਕਈ ਨੈਗੇਟਿਵ ਪੋਜ਼ਿਟਿਵ ਦੱਸੇ, ਆ ਇੱਦਾਂ ਕਰ ਲਓ, ਆ ਇੱਦਾਂ ਕਰ ਲਓ, ਆ ਕਰੋਗੇ ਆ ਹੋ ਜਾਏਗਾ, ਆ ਕਰੋਗੇ ਆ ਹੋ ਜਾਏਗਾ। ਪਰ ਉਹਨੇ ਤੁਰਨ ਲੱਗੇ ਇੱਕ ਗੱਲ ਕਹੀ ਹੈ, ਅੱਗੋਂ ਬਈ ਤੂੰ ਆਪਣਾ ਪੜ੍ਹਿਆ ਵਿਚਾਰ ਲੈ, ਅੱਗੋਂ ਤੂੰ ਆਪਣੀ ਬੁੱਧੀ ਨਾਲ ਬੈਠ ਕੇ ਫੈਸਲਾ ਕਰ ਲੈ, ਕਿਉਂਕਿ ਜਿਹੜਾ ਨਿਸ਼ਚਾ ਇਹ ਬੁੱਧੀ ਦਾ ਵਿਸ਼ਾ ਹੈ। ਜਿਹੜੇ ਬੰਦੇ ਫੈਸਲਾ ਨਹੀਂ ਕਰ ਸਕਦੇ ਕੌਣ ਹੁੰਦੇ ਨੇ? ਉਹੀ ਹੁੰਦੇ ਨੇ ਜਿਨ੍ਹਾਂ ਦੀ ਬੁੱਧੀ ਠੀਕ ਨਹੀਂ ਹੁੰਦੀ। ਫੈਸਲਾ ਤੁਹਾਡੀ ਅਕਲ ਨੇ ਕਰਨਾ ਹੈ, ਮਨ ਨੇ ਕੋਈ ਫੈਸਲਾ ਨਹੀਂ ਕਰਨਾ। ਮਨ ਵਿੱਚ ਸਿਰਫ ਸੰਕਲਪ ਪੈਦਾ ਹੁੰਦੇ ਨੇ। ਹੁਣ ਭਗਤ ਕਬੀਰ ਜੀ ਦਾ ਸ਼ਲੋਕ ਪੜੋ, ਕਹੋ ਕਬੀਰ। ਭਗਤ ਕਬੀਰ ਜੀ ਕੀ ਕਹਿੰਦੇ ਨੇ ਕਿ ਇਹ ਉਲਟੀ ਪਈ ਖੇਡ, ਲੇਲੇ ਕੋ ਚੁੰਗੇ ਨਿਤ ਭੇਡ। ਭੇਡ ਮਾਂ ਹੁੰਦੀ ਹੈ, ਲੇਲਾ ਬੱਚਾ ਹੁੰਦਾ ਹੈ। ਲੇਲਾ ਮਾਂ ਨੂੰ ਚੁੰਗੇ, ਮਾਂ ਦਾ ਦੁੱਧ ਪੀਵੇ, ਇਹ ਤਾਂ ਨਿਯਮ ਹੈ। ਹੁਣ ਲੇਲੇ ਨੂੰ ਮਾਂ ਚੁੰਗਦੀ ਹੈ। ਹੁਣ ਇੱਥੇ ਸਮਝ ਲੈਣਾ ਕਿ ਇਹ ਕਿਸੇ ਇੱਕ ਦ੍ਰਿਸ਼ਟਾਂਤ ਸੀ। ਲੇਲੇ ਨੂੰ ਮਾਂ ਚੁੰਗ ਹੀ ਨਹੀਂ ਸਕਦੀ, ਭੇਡ ਕਿਵੇਂ ਚੁੰਗ ਸਕਦੀ ਹੈ ਜੀ? ਲੇਲੇ ਦੇ ਕਿਹੜੇ ਥੜ ਹੁੰਦੇ ਨੇ? ਅਸਲ ਵਿੱਚ ਇਸ ਉਪਦੇਸ਼ ਇਹ ਸੀ ਨਾ, ਕਹੋ ਕਬੀਰ ਪ੍ਰਗਟ ਪਈ ਖੇਡ। ਮੈਂ ਸ਼ਬਦ ਠੀਕ ਨਹੀਂ ਪੜਿਆ, ਮੈਂ ਮਾਫੀ ਮੰਗਦਾ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਗੇ ਨਿਤ ਭੇਡ। ਚਾਹੀਦਾ ਇਹ ਸੀਗਾ ਕਿ ਮਨ ਨੇ ਕਿਹਾ ਕਿ ਮੈਂ ਅਮੀਰ ਹੋਣਾ ਹੈ, ਤੇ ਅਕਲ ਦਾ ਕੰਮ ਇਹ ਸੀ ਵੀ ਜੇ ਅਮੀਰ ਹੋਣਾ ਹੈ ਤੇ ਜਾਂ ਤੇ ਪੜ੍ਹਾਈ ਕਰ, ਫਿਰ ਚੰਗੇ ਪੈਕੇਜ ਮਿਲਣਗੇ, ਜਾਂ ਫਿਰ ਤੂੰ ਕੋਈ ਕੰਮ ਕਰ, ਮਿਹਨਤ ਕਰ, ਕੋਈ ਵੱਡਾ ਕਾਰੋਬਾਰ ਖੋਲ, ਤਾਂ ਤੂੰ ਅਮੀਰ ਹੋਵੇਂਗਾ। ਹੁਣ ਮਨ ਨੇ ਕਿਹਾ ਮੈਂ ਅਮੀਰ ਹੋਵਾਂਗਾ, ਅਕਲ ਨੇ ਕਿਹਾ ਤੂੰ ਚੋਰੀ ਕਰਨ ਲੱਗ ਜਾ, ਰਾਤੋਂ ਰਾਤ ਹੀ ਹੋ ਜਾਏਗਾ। ਮਨ ਲੋਚੈ ਬੁਰਾਈਆਂ, ਮਨ ਦੇ ਵਿੱਚ ਚੰਗੇ ਤੇ ਮਾੜੇ ਖਿਆਲ ਪੈਦਾ ਹੋਣੇ ਸੁਭਾਵਿਕ ਹੈ, ਪਰ ਉਹਨਾਂ ਨੂੰ ਕੰਟਰੋਲ ਕਰਨਾ, ਉਹਨਾਂ ਨੂੰ ਰੋਕਣਾ, ਉਹਨਾਂ ਦੀ ਤਾੜਨਾ ਕਰਨੀ, ਇਹ ਬੁੱਧੀ ਦਾ ਕੰਮ ਸੀ। ਅਕਲ ਨੇ ਕਹਿਣਾ ਸੀ ਖਬਰਦਾਰ, ਜੇ ਇਦਾਂ ਦੀ ਮਾੜੀ ਸਲਾਹ ਮੈਨੂੰ ਦਿੱਤੀ ਤਾਂ। ਮਨ ਨੂੰ ਉਹਨੇ ਸਮਝਾਉਣਾ ਸੀ। ਮਨ ਲੋਚੈ ਬੁਰਾਈਆਂ, ਗੁਰ ਸ਼ਬਦੀ ਇਹ ਮਨ ਹੋੜੀ ਹੈ। ਗੁਰੂ ਦੇ ਸ਼ਬਦ ਦੀ ਬੁੱਧੀ ਲੈ ਕੇ, ਗੁਰੂ ਦੇ ਸ਼ਬਦ ਦਾ ਗਿਆਨ ਲੈ ਕੇ, ਗੁਰੂ ਦੇ ਸ਼ਬਦ ਦੀ ਅਕਲ ਲੈ ਕੇ ਮਨ ਨੂੰ ਕਹਿਣਾ ਸੀ ਵੀ ਨਹੀਂ, ਇਹ ਕੰਮ ਨਹੀਂ ਕਰਨਾ। ਹਾਂਜੀ। ਸੁਣ ਏਵ ਦੋਨੋਂ ਚਿਤਵਣ ਲਾਗੇ, ਜਿਨ ਕੇ ਵੱਡੇ ਭਾਗ ਜਗ ਜਾਗੇ। ਹੁਣ ਉਹਨਾਂ ਦੋਨਾਂ ਨੇ ਸੋਚਿਆ, ਇਹ ਕੌਣ ਨੇ? ਜਿਨ੍ਹਾਂ ਦੇ ਵੱਡੇ ਭਾਗ ਜਾਗੇ। ਇੰਨਾ ਗਿਆਨ ਤੁਹਾਨੂੰ ਕੋਈ ਨਹੀਂ ਦੇ ਸਕਦਾ, ਕਿਸੇ ਕੋਲ ਹੋਏਗਾ ਤੇ ਦਵੇਗਾ। ਵੇਖੋ ਇਹ ਕਥਾ ਮੈਂ ਵੀ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ, ਮਤ ਸੋਚਣਾ ਕਿ ਮੈਂ ਇੰਨਾ ਸਿਆਣਾ, ਮੈਂ ਇੰਨਾ ਸਿਆਣਾ ਨਹੀਂ ਆ। ਬਸ ਇੰਨੀ ਗੱਲ ਜ਼ਰੂਰ ਹੈ ਕਿ ਮੇਰੀ ਸੇਵਾ ਇਹੋ ਜਿਹੀ ਲੱਗੀ ਹੈ ਕਿ ਇਹ ਕਥਾ ਮੈਂ ਤੁਹਾਨੂੰ ਵੀ ਸੁਣਾ ਰਿਹਾ, ਆਪ ਵੀ ਸੁਣ ਰਿਹਾ। ਝੰਡੇ ਦੇ ਇੰਦਰ ਸੈਨ ਦੇ ਭਾਗ ਵੱਡੇ ਨੇ ਕਿ ਉਹਨਾਂ ਨੂੰ ਮਾਰਗ ਦਰਸ਼ਨ ਬਖਸ਼ਣ ਵਾਲੇ ਖੁਦ ਆਪ ਗੁਰੂ ਨਾਨਕ ਨੇ। ਹਾਂਜੀ। ਪੁਨ ਗੁਰ ਕਹੇ ਜੋ ਚਿਤਵਣ ਧਾਰੀ,
ਜਹੀ ਧਰਮ ਹੈ ਚਿਤ ਮਝਾਰੀ। ਹੁਣ ਇਹਨਾਂ ਨੇ ਮਨ ਦੇ ਵਿੱਚ ਚਿਤਵਿਆ। ਸਤਿਗੁਰੂ ਕਹਿੰਦੇ ਵੀ ਚੇਤੇ ਦਾ ਧਰਮ ਹੈ। ਇਹ ਜਿਹੜਾ ਚਿਤਵਣ ਹੈ ਇਹ ਤੁਹਾਡੇ ਚੇਤੇ ਦਾ ਧਰਮ ਹੈ। ਹੁਣ ਮਨ, ਮਤ, ਬੁੱਧ, ਹੁਣ ਇਹ ਸਤਿਗੁਰੂ ਕਹਿਣ ਲੱਗੇ ਵੀ ਇਹ ਤੇ ਚੇਤੇ ਦਾ ਵਿਸ਼ਾ ਸੀਗਾ ਜਿਹੜੀ ਤੁਸੀਂ ਚਿਤਵਣਾ ਕੀਤੀ ਹੈ। ਹਾਂਜੀ। ਸੋ ਪੀ ਹਮਕੋ ਤੁਮ ਨੈ ਦੀਨੋ ਕਿਉ ਅਬ ਉਰ ਮੈਂ ਚਿਤਵਣ ਕੀਨੋ। ਸਤਿਗੁਰੂ ਕਹਿੰਦੇ ਭਾਈ ਚਿਤਵਣਾ ਵੀ ਨਹੀਂ, ਨਿਸ਼ਚਾ ਵੀ ਨਹੀਂ ਕਰਨਾ, ਸੰਕਲਪ ਵੀ ਪੈਦਾ ਨਹੀਂ ਕਰਨਾ, ਕਿਉਂਕਿ ਇਹ ਸਾਰਾ ਕੁਝ ਅੰਤੇ ਕਰਨ ਵਿੱਚ ਤੁਸੀਂ ਸਾਨੂੰ ਮੱਥਾ ਟੇਕ ਚੁੱਕੇ ਹੋ। ਹੁਣ ਤੁਹਾਡੀ ਸੁਰਤ ਵੀ, ਮਤ ਵੀ, ਮਨ ਵੀ, ਬੁੱਧ ਵੀ, ਇਹ ਸਾਰਾ ਕੁਝ ਸਾਡੇ ਕੋਲ ਹੈ। ਮਤ ਕੀ ਹੈ? ਜਦੋਂ ਤੁਹਾਨੂੰ ਗੱਲ ਕੋਈ ਚੇਤੇ ਵਿੱਚ ਨਾ ਰਵੇ ਤਾਂ ਆਪਾਂ ਕਹਿੰਦੇ ਹੁਣ ਇਹਦੀ ਮਤ ਠੀਕ ਨਹੀਂ ਹੈ। ਮਤ ਔਰ ਚੇਤੇ ਵਿੱਚ ਕੋਈ ਫਰਕ ਨਹੀਂ ਹੈ। ਮਤ ਉਹ ਹੈ ਜਿਹੜੀ ਮੈਮਰੀ ਨੂੰ ਸੰਭਾਲ ਕੇ ਰੱਖਦੀ ਹੈ। ਕਈ ਵਾਰੀ ਤੁਸੀਂ ਕੰਪਿਊਟਰ ਦਾ ਕਹਿੰਦੇ ਨਾ ਵੀ ਤੇ ਫਾਈਲ ਹੀ ਕਰਪਟ ਹੋ ਗਈ ਹੈ ਜੀ, ਕਿਉਂਕਿ ਉਹਨੇ ਸਾਰਾ ਡਾਟਾ ਹੀ ਡਿਲੀਟ ਕਰ ਦਿੱਤਾ ਹੈ। ਸਾਡੀ ਮਤ ਦੇ ਵਿੱਚ ਗੱਲਾਂ ਪਈਆਂ ਰਹਿੰਦੀਆਂ ਨੇ। ਹੁਣ ਥੋੜੇ ਜਿਹੇ ਦਿਨ ਹੋਏ ਇੱਕ ਆਦਮੀ ਮੈਨੂੰ ਮਿਲਿਆ, ਪਤਾ ਨਹੀਂ ਉਹ ਕਿੱਦਾਂ ਕੰਪਿਊਟਰ ਚੱਲ ਪਿਆ। ਉਹਨੂੰ ਮੈਂ ਇੰਨੀਆਂ ਗੱਲਾਂ ਗਿਣ ਗਿਣ ਕੇ ਦੱਸਿਆ, ਕਹਿੰਦਾ ਤੁਹਾਨੂੰ ਚੇਤਾ ਹੈ? ਮੈਂ ਕਿਹਾ ਹਾਂ ਮੈਨੂੰ ਚੇਤਾ ਹੈ। ਆ ਗਈ ਗੱਲ ਮੱਤ ਵਿੱਚ ਆ ਗਈ ਤੇ ਉਹ ਮੈਮਰੀ 'ਚ ਪਈ ਹੋਣੀ ਹੈ ਕਿਤੇ। ਸਾਰੇ ਉਹਦੇ ਮੈਂ ਨਾਮ ਵੀ ਦੱਸਿਆ, ਮੈਂ ਕਿਹਾ ਤੇਰਾ ਆਹ ਨਾਂ ਸੀਗਾ, ਉੱਥੇ ਇਹ ਵੀ ਸੀਗਾ, ਉੱਥੇ ਉਹ ਵੀ ਸੀਗਾ। ਮੇਰੇ ਖਿਆਲ ਮੁਸ਼ਕਲ ਨਾਲ ਮੇਰੀ 7-8 ਸਾਲ ਦੀ ਉਮਰ ਹੋਣੀ ਹੈ। ਜੰਡਿਆਲੇ ਗੁਰੂ ਤੋਂ ਉੱਥੇ ਬਾਬਾ ਹੰਦਾਲ ਜੀ ਦਾ ਸਥਾਨ ਹੈ। ਉੱਥੇ ਜਿਹੜੇ ਮੁਖੀ ਨੇ ਉਹ ਇੱਥੇ ਆਏ ਬੰਗਲਾ ਸਾਹਿਬ। ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਹੋਰੀ ਮੈਨੂੰ ਕਹਿਣ ਲੱਗੇ ਜੀ ਇਹ ਜਿਹੜਾ ਬਾਬੇ ਹੰਦਾਲ ਦਾ ਸਥਾਨ ਹੈ ਜੰਡਿਆਲੇ ਗੁਰੂ, ਇਹ ਉੱਥੋਂ ਦੇ ਮੁਖੀ ਨੇ। ਮੈਂ ਕਿਹਾ ਜੀ ਤੁਹਾਡੇ ਸਥਾਨ ਨੂੰ ਮੇਰੇ ਮਾਮੀ ਜੀ ਬਹੁਤ ਮੰਨਦੇ ਸੀ, ਮੈਂ ਚੌਥੀ ਪੰਜਵੀਂ 'ਚ ਹੋਵਾਂਗਾ। ਕਹਿੰਦੇ ਕੀ ਨਾਂ ਸੀ ਉਹਦਾ? ਮੈਂ ਕਿਹਾ ਵਾਹਿਗੁਰੂ ਪਿਆਰੀ। ਕਹਿੰਦੇ ਭੈਣ ਜੀ ਪਰਮਿੰਦਰ ਕੌਰ। ਮੈਂ ਕਿਹਾ ਹਾਂਜੀ। ਮੈਂ ਕਿਹਾ ਉਹਨਾਂ ਦੇ ਪੇਕੇ ਸੀ ਜੰਡਿਆਲੇ। ਉਹ ਸਾਰਾ ਕੁਝ ਗਿਣ ਕੇ ਦੱਸਣ ਲੱਗੇ, ਮੈਂ ਵੀ ਗਿਣ ਕੇ ਦੱਸਣ ਲੱਗ ਗਿਆ। ਤੁਸੀਂ ਯਕੀਨ ਕਰੋ ਇਹ ਗੱਲ 45 ਸਾਲ ਤੋਂ ਵੀ ਪੁਰਾਣੀ ਸੁਣਾਈ ਉਹਨਾਂ ਨੂੰ ਮੈਂ ਕਿਹਾ ਜਦੋਂ ਵੱਡੇ ਬਾਬਾ ਜੀ ਚੜ੍ਹਾਈ ਕੀਤੇ ਸੀ ਮੈਂ ਉਹਨਾਂ ਦੇ ਸੰਸਕਾਰ ਤੇ ਵੀ ਗਿਆ ਸੀ, ਭਾਵੇਂ ਨਿੱਕਾ ਜਿਹਾ ਸੀ ਮੈਂ। ਹੁਣ ਇਹ ਗੱਲ ਤੁਹਾਡੇ ਚੇਤੇ ਨਾਲ ਸੰਬੰਧਿਤ ਹੈ, ਮਤ ਨਾਲ। ਮੈਂ ਇਹ ਤਾਂ ਤੁਹਾਡੇ ਨਾਲ ਸਾਂਝ ਪਾਈ ਵੀ ਇੰਨੀਆਂ ਗੱਲਾਂ ਤੁਹਾਨੂੰ ਕਿਸੇ ਨੇ ਨਹੀਂ ਜੇ ਸਮਝਾਉਣੀਆਂ। ਕੋਈ ਤੁਹਾਨੂੰ ਯੋਗਾ ਪੜ੍ਹਾਏਗਾ, ਕੋਈ ਤੁਹਾਨੂੰ ਕੁਝ ਹੋਰ ਪੜ੍ਹਾਏਗਾ। ਇਹ ਮਤ ਦਾ ਵਿਸ਼ਾ ਕੀ ਹੈ, ਬੁੱਧੀ ਦਾ ਵਿਸ਼ਾ ਕੀ ਹੈ, ਮਨ ਦਾ ਵਿਸ਼ਾ ਕੀ ਹੈ, ਸੁਰਤੀ ਦਾ ਵਿਸ਼ਾ ਕੀ ਹੈ, ਇਹ ਸਾਰੀਆਂ ਚੀਜ਼ਾਂ ਵੱਖਰੀਆਂ ਵੱਖਰੀਆਂ ਨੇ। ਹਾਂਜੀ। ਬਹੁਰ ਵਿਚਾਰਤ ਹਉਮੈ ਦੋ ਮਨ ਬੁੱਧ ਚਿਤ ਅਰਪੇ ਹਮ ਸੋ। ਸਤਿਗੁਰੂ ਕਹਿਣ ਲੱਗੇ ਬਹੁਰ ਵਿਚਾਰਤ ਹਉਮੈ ਦੋ। ਹੁਣ ਉਹਨਾਂ ਦੋਨਾਂ ਨੇ ਫਿਰ ਆਪਸ ਵਿੱਚ ਵਿਚਾਰਿਆ ਕਿ ਮਨ ਬੁੱਧ ਚਿੱਤ ਅਰਪੇ ਹਮ ਸੋ। ਇਹ ਚੀਜ਼ਾਂ ਤੇ ਅਸੀਂ ਸਾਰੀਆਂ ਗੁਰੂ ਜੀ ਨੂੰ ਪਹਿਲਾਂ ਭੇਟਾ ਕਰ ਦਿੱਤੀਆਂ ਨੇ। ਗੱਲ ਤੇ ਠੀਕ ਹੈ ਇਹਨਾਂ ਦੀ। ਹਾਂਜੀ। ਭਣਤ ਗੁਰੂ ਹਉਮੈ ਤੁਮ ਕੀਨੀ ਸੋ ਤੋ ਹਮ ਕੋ ਪੂਰਬ ਦੀਨੀ। ਸਤਿਗੁਰੂ ਕਹਿੰਦੇ ਭਾਈ ਹਉਮੈ ਕਿਵੇਂ ਆਈ ਤੁਹਾਡੇ ਵਿੱਚ? ਇਹ ਤੇ ਤੁਸੀਂ ਸਾਨੂੰ ਭੇਟਾ ਕਰ ਦਿੱਤੀ ਹੈ। ਇਹ ਮੈਂ ਮੇਰੀ ਦੀ ਹੱਕ ਪ੍ਰਸਤੀ ਕਿੱਥੋਂ ਆ ਗਈ ਇਹਦੇ ਵਿੱਚ ਬਈ? ਤੁਸੀਂ ਤਾਂ ਸਾਰਾ ਕੁਝ ਹੀ ਸਾਨੂੰ ਮੱਥਾ ਟੇਕਿਆ। ਹਾਂਜੀ। ਅੰਤੇ ਕਰਨ ਸਰੂਪ ਸੁਚਾਰੋ ਸੋ ਦੇ ਡਾਰੇ ਹਿਰਦੇ ਵਿਸਾਰੋ। ਇਹ ਅੰਤੇ ਕਰਨ ਦੇ 4 ਰੂਪ ਨੇ। ਕੋਈ ਵਿਸ਼ਾ ਸੁਰਤੀ ਦਾ ਹੈ, ਕੋਈ ਮਤ ਦਾ ਹੈ, ਕੋਈ ਮਨ ਦਾ ਹੈ, ਕੋਈ ਬੁੱਧੀ ਦਾ ਹੈ। ਗੱਲ ਇੱਕੋ ਹੀ, ਅੰਤੇ ਕਰਨ ਇੱਕ ਹੈ, ਇੱਕੋ ਹੀ ਹਿਰਦਾ ਹੈ ਸਾਡਾ।
ਕਿਸੇ ਬੰਦੇ ਦੇ 2-3 ਹਿਰਦੇ ਨਹੀਂ ਹੁੰਦੇ, ਜਿਵੇਂ ਹਾਰਟ 2 ਨਹੀਂ ਹੋ ਸਕਦੇ, ਜਿਵੇਂ ਬ੍ਰੇਨ 2 ਨਹੀਂ ਹੋ ਸਕਦੇ, ਅੰਤःਕਰਨ ਇੱਕੋ ਹੈ। ਪਰ ਜੇ ਤੁਸੀਂ ਇਹਦੇ 'ਚ ਮੈਡੀਕਲ ਦੁਨੀਆ ਵਿੱਚ ਜਾਓਗੇ ਤੇ ਇਹ ਤਾਂ ਕੋਈ ਪਾਰਟ ਹੀ ਹੈ ਨਹੀਂ। ਅਗਰ ਤੁਸੀਂ ਕਿਸੇ ਡਾਕਟਰ ਨੂੰ ਪੁੱਛੋ ਵੀ ਤੂੰ ਸਰਜਰੀ ਕਰਦਾ ਵੀ ਤੈਨੂੰ ਕਿਸੇ ਬੰਦੇ ਦਾ ਅੰਤःਕਰਨ ਮਿਲਿਆ, ਉਹਦੇ ਵਿੱਚ ਤੂੰ ਬੰਦੇ ਦਾ ਮਨ ਵੇਖਿਆ ਕੀ ਹੈ, ਉਹਦੇ ਵਿੱਚ ਸੁਰਤੀ ਵੇਖੀ ਕੀ ਹੈ, ਮੈਂ ਕਹਿੰਦਾ ਵਾਹਿਗੁਰੂ ਦੀ ਕਿਰਪਾ ਹੀ ਕਿੰਨੀ ਹੈ। ਨਹੀਂ ਤਾਂ ਸਾਡੀ ਤਾਂ ਸਾਰੀ ਚੋਰੀ ਫੜੀ ਜਾਣੀ ਸੀ। ਜਿਵੇਂ ਅੱਜ ਕਿਸੇ ਦੇ ਹੱਥ ਫੋਨ ਆ ਜਾਏ ਤਾਂ ਤੁਹਾਡਾ ਸਾਰਾ ਡਾਟਾ ਕੱਢ ਲੈਣਾ ਉਹਨੇ, ਤੁਹਾਡੇ ਸਾਰੇ ਮੈਸੇਜ ਕੱਢ ਲੈਣੇ ਨੇ, ਤੁਹਾਡੀਆਂ ਸਾਰੀਆਂ ਕਾਲਾਂ ਕੱਢ ਲੈਣੀਆਂ ਉਹਨੇ, ਤੁਹਾਡੀਆਂ ਸਾਰੀਆਂ ਫੋਟੋ ਕੱਢ ਲੈਣੀਆਂ ਉਹਨੇ। ਹਾਰਡ ਡਿਸਕ ਮਿਲ ਗਈ ਤੇ ਸਮਝ ਲਓ ਵੀ ਸਾਰਾ ਕੁਝ ਹੀ ਗਿਆ। ਵੇਖੋ ਰੱਬ ਨੇ ਕੈਸੀ ਕਿਰਪਾ ਕੀਤੀ ਹੈ। ਕਿਸੇ ਡਾਕਟਰ ਨੂੰ ਅੱਜ ਤੱਕ ਕਿਸੇ ਬੰਦੇ ਦਾ ਅੰਤःਕਰਨ ਨਹੀਂ ਮਿਲਿਆ। ਲੀਵਰ ਮਿਲ ਜਾਂਦਾ ਹੈ, ਕਿਡਨੀਆਂ ਮਿਲ ਜਾਂਦੀਆਂ ਨੇ, ਬੰਦੇ ਦੇ ਵਾਲ ਮਿਲ ਜਾਂਦੇ ਨੇ, ਹਾਰਟ ਮਿਲ ਜਾਂਦਾ ਹੈ, ਬ੍ਰੇਨ ਮਿਲ ਜਾਂਦਾ ਹੈ, ਅੱਖਾਂ ਮਿਲ ਜਾਂਦੀਆਂ ਨੇ। ਅੰਤःਕਰਨ ਕਿਸੇ ਨੂੰ ਨਹੀਂ ਮਿਲਿਆ। ਨਹੀਂ ਤੇ ਡਾਕਟਰਾਂ ਨੇ ਕਹਿਣਾ ਸੀ ਮੈਂ ਤੁਹਾਨੂੰ ਪੜ੍ਹ ਕੇ ਦੱਸਦਾ ਵੀ ਆ ਕਿੰਨਾ ਕੁ ਬਦਮਾਸ਼ ਹੈ, ਆ ਕਿੱਡਾ ਕੁ ਵੱਡਾ ਚੋਰ ਹੈ। ਪੁਲਿਸ ਵਾਲੇ ਨੇ ਕਈ ਡਾਕਟਰ ਰੱਖ ਲੈਣੇ ਸੀ ਵੀ ਅੰਤःਕਰਨ ਪੜ੍ਹ ਕੇ ਦੱਸੋ ਜੀ, ਇਹਦੀ ਮੈਮਰੀ ਪੜ੍ਹ ਕੇ ਦੱਸੋ ਵੀ ਇਹਨੇ ਕਿੰਨੀਆਂ ਘੇਰਾ ਫੇਰੀਆਂ ਸੰਭਾਲੀਆਂ ਹੋਈਆਂ ਨੇ। ਉਹ ਸਰੀਰ ਦਾ ਪਾਰਟ ਅੰਤঃਕਰਨ, ਜਿਹਦੇ ਵਿੱਚ ਸੁਰਤ ਹੈ, ਜਿਹਦੇ ਵਿੱਚ ਮਨ ਹੈ, ਜਿਹਦੇ ਵਿੱਚ ਮਤ ਹੈ, ਜਿਹਦੇ ਵਿੱਚ ਬੁੱਧ ਹੈ, ਇਹ ਇੱਕੋ ਹੀ ਅੰਤःਕਰਨ ਹੈ। ਪਰ ਉਹਦੇ 4 ਫੰਕਸ਼ਨ ਨੇ, ਵੱਖਰੇ ਵੱਖਰੇ ਨੇ। ਸਤਿਗੁਰੂ ਕਹਿਣ ਲੱਗੇ ਹਉਮੈ ਕਿਉਂ ਕੀਤੀ ਭਾਈ? ਇਹ ਵੀ ਅੰਤःਕਰਨ ਦਾ ਹਿੱਸਾ ਸੀ। ਤੇ ਇਹ ਤੁਸੀਂ ਮੈਨੂੰ ਸਾਨੂੰ ਅਰਪਣ ਕਰ ਚੁੱਕੇ ਹੋ। ਹਾਂਜੀ। ਇਨ ਤੇ ਪਰੇ ਜੋ ਹਵੈ ਸੰਦੇਹੂ, ਕਹੋ ਹਮ ਸੋ ਉਤਰ ਅਬ ਲੇਹੂ। ਸਤਿਗੁਰੂ ਕਹਿਣ ਲੱਗੇ ਹੁਣ ਇਹਨਾਂ ਤੋਂ ਅੱਗੇ ਚੱਲੋ, ਪਰੇ ਹੋ ਕੇ। ਹੁਣ ਦੱਸੋ ਕੀ ਸੰਦੇਹ ਬਾਕੀ ਹੈ ਤੁਹਾਡੇ ਵਿੱਚ? ਕੋਈ ਸੰਸਾ ਹੈ, ਕੋਈ ਭਰਮ ਹੈ, ਕੋਈ ਸਵਾਲ ਹੈ, ਕੋਈ ਪ੍ਰਸ਼ਨ ਹੈ ਤੁਹਾਡਾ ਭਾਈ? ਕੋਈ ਤੁਹਾਡੇ ਮਨ ਦੇ ਵਿੱਚ ਕੋਈ ਡਰ ਹੈ, ਕੋਈ ਖੌਫ ਹੈ? ਹਾਂਜੀ। ਇਸ ਪ੍ਰਕਾਰ ਕੇ ਸੁਣ ਕਰ ਬੈਨਾ, ਕਰੇ ਵਿਚਾਰ ਜੋ ਇੰਦਰੈ ਸੈਨਾ। ਹੁਣ ਇੰਦਰ ਸੈਨ ਨੇ ਵੇਖਿਆ ਵੀ ਇਸ ਤੋਂ ਪਰੇ ਫਿਰ ਬਾਕੀ ਤੇ ਕੁਝ ਵੀ ਨਹੀਂ ਹੈਗਾ, ਬਾਕੀ ਤੇ ਰੱਬ ਹੈ। ਹੁਣ ਜਿਵੇਂ ਆਪਾਂ ਕਹਿੰਦੇ ਵੀ ਸ਼ੂਨੇ ਤੋਂ ਬਾਅਦ ਕੁਝ ਵੀ ਨਹੀਂ ਹੈ, ਤੇ ਸ਼ੂਨੇ ਤੋਂ ਬਾਅਦ ਤੇ ਰੱਬ ਸ਼ੁਰੂ ਹੁੰਦਾ ਹੈ। ਜ਼ੀਰੋ ਤੋਂ ਬਾਅਦ ਪਰਮਾਤਮਾ ਸ਼ੁਰੂ ਹੁੰਦਾ ਹੈ। ਜਿੱਥੇ ਸਾਡੀ ਮੱਤ ਮੁੱਕ ਜਾਂਦੀ ਹੈ ਉੱਥੋਂ ਰੱਬ ਸ਼ੁਰੂ ਹੋ ਜਾਂਦਾ ਹੈ। ਹਾਂਜੀ। ਬੈਠੇ ਤਬ ਹੀ ਲੱਗੀ ਸਮਾਧਾ, ਪਿਖਿਓ ਆਤਮਾ ਰੂਪ ਅਬਾਦਾ। ਫਿਰ ਬੈਠੇ ਤਬ ਹੀ ਲੱਗੀ ਸਮਾਧਾ, ਪਿਖਿਓ ਆਤਮਾ ਰੂਪ ਅਬਾਦਾ। ਹੁਣ ਫਿਰ ਉਹਨਾਂ ਨੂੰ ਰੱਬ ਨਜ਼ਰ ਆਇਆ। ਇੱਥੇ ਜਾ ਕੇ ਸਮਝ ਆਈ ਵੀ ਨਹੀਂ, ਰੱਬ ਇਹ ਰੱਬ ਹੈ। ਮਨ, ਮਤ, ਬੁੱਧ ਇਹ ਰੱਬ ਨੂੰ ਸਾਨੂੰ ਸਮਝਣ ਹੀ ਨਹੀਂ ਦਿੰਦੀਆਂ। ਇਹਨਾਂ ਦਾ ਆਪਣਾ ਹੀ ਰਾਮ ਰੌਲਾ ਨਹੀਂ ਮੁੱਕਦਾ। ਇੱਕ ਚੀਜ਼ ਹਟਦੀ ਦੂਜੀ ਸ਼ੁਰੂ ਹੋ ਜਾਂਦੀ, ਦੂਜੀ ਹਟਦੀ ਤੀਜੀ ਸ਼ੁਰੂ ਹੋ ਜਾਂਦੀ ਹੈ। ਤੁਸੀਂ ਵੇਖਿਆ ਕਦੇ ਕਿਸੇ ਦੇ ਝਗੜੇ ਨਹੀਂ ਮੁੱਕਦੇ? ਝਗੜੇ ਦੱਬੇ ਜਾਂਦੇ ਨੇ, ਰੋਕੇ ਜਾਂਦੇ ਨੇ। ਨਹੀਂ ਵੀ ਨਹੀਂ, ਅੱਜ ਤੋਂ ਬਾਅਦ ਨੋ ਆਰਗੂਮੈਂਟ, ਅੱਜ ਤੋਂ ਬਾਅਦ ਤੁਸੀਂ ਕੋਈ ਗੱਲ ਨਹੀਂ ਕਰੋਗੇ। ਉਹ ਅਗਲਾ ਫਿਰ ਕਹਿੰਦਾ ਨਹੀਂ ਨਹੀਂ, ਗੱਲਾਂ ਤੇ ਕਰਨੀਆਂ ਚਾਹੀਦੀਆਂ ਨੇ। ਸਿਆਣੇ ਕਹਿੰਦੇ ਫਿਰ ਗੱਲਾਂ ਕਦੇ ਨਹੀਂ ਮੁੱਕਣੀਆਂ, ਫਿਰ ਨਹੀਂ ਮੁੱਕਣੀਆਂ। ਅਗਰ ਤੁਸੀਂ ਮੁਕਾ ਕੇ ਗੱਲ ਮੁਕਾਉਣ ਦੀ ਕੋਸ਼ਿਸ਼ ਕਰੋਗੇ ਤਾਂ ਕੁਝ ਮੁੱਕੇਗਾ ਹੀ ਨਹੀਂ, ਕਿਉਂਕਿ ਉਹਦਾ ਐਂਡ ਹੀ ਕੋਈ ਨਹੀਂ, ਅੰਤ ਹੀ ਕੋਈ ਨਹੀਂ ਹੈਗਾ। ਇਸ ਕਰਕੇ ਜਦੋਂ ਵੀ ਫੈਸਲਾ ਹੁੰਦਾ ਇਸੇ ਗੱਲ ਤੇ ਹੁੰਦਾ ਹੈ ਕਿ ਨਹੀਂ, ਇਹਨੂੰ ਲੀਵ ਇਟ, ਛੱਡ ਦਿਓ ਇਹਨੂੰ ਬਸ। ਜਦੋਂ ਸਾਰਾ ਕੁਝ ਛੱਡ ਦਿਆਂਗੇ, ਜੋ ਬਾਕੀ ਬਚੇਗਾ ਉਹ ਪਰਮਾਤਮਾ ਹੈ। ਮੈਂ ਫਿਰ ਬੇਨਤੀ ਕਰਾਂ, ਫੜਦੇ ਜਾਓਗੇ ਤੇ ਸੰਸਾਰ ਹੈ, ਛੱਡਦੇ ਜਾਓਗੇ ਤੇ ਕਰਤਾਰ ਹੈ। ਜਦੋਂ ਸਾਰਾ ਕੁਝ ਛੱਡ ਦਿਓਗੇ, ਜੋ ਬਾਕੀ ਬਚੇਗਾ ਉਹ ਰੱਬ ਹੈ। ਤੇ ਜਦੋਂ ਸਾਰਾ ਕੁਝ ਇਕੱਠਾ ਕਰ ਲੋਗੇ ਫਿਰ ਕੀ ਹੈ? ਇਹੀ ਤਾਂ ਦੁਨੀਆ ਹੈ, ਇਹੀ ਤਾਂ ਸੰਸਾਰ ਹੈ।
ਇਕੱਠਾ ਕਰਨਾ ਹੀ ਸੰਸਾਰ ਹੈ, ਇਕੱਠੇ ਕੀਤੇ ਨੂੰ ਛੱਡ ਦੇਣਾ ਹੀ ਇਹ ਪਰਮੇਸ਼ਰ ਹੈ। ਇੱਥੇ ਫਿਰ ਦੋਨਾਂ ਦੀ ਸਮਾਧੀ ਲੱਗਦੀ ਹੈ, ਇੱਥੇ ਫਿਰ ਸਤਿਗੁਰੂ ਦੋਵਾਂ ਨੂੰ ਲੰਗਰ ਭੋਜਨ ਛਕਾਉਂਦੇ ਨੇ, ਇੱਥੇ ਫਿਰ ਸਤਿਗੁਰੂ ਭਾਈ ਝੰਡੇ ਨੂੰ ਮੰਜੀ ਬਖਸ਼ਦੇ ਨੇ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।